ਮੰਦਾ ਆਖੀਐ। ਜਿਤ ਜਮਹਿ ਰਾਜਾਨ ਸੋ ਕਿਉ ਮੰਦਾ ਆਖੀਐ। ਜਿਤ ਜਮਹਿ ਰਾਜਾਨ ਸੋ ਕਿਉ ਮੰਦਾ ਆਖੀਐ। ਜਿਤ ਜਮਹਿ ਰਾਜਾਨ ਸੋ ਕਿਉ ਮੰਦਾ ਆਖੀਐ। ਜਿਤ ਜਮਹਿ ਰਾਜਾਨ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਅਸੀਂ ਉਹਨਾਂ ਦੇ ਸ਼ਲੋਕ ਰਾਹੀਂ ਕਰ ਰਹੇ ਹਾਂ, ਕਿਉਂਕਿ ਗੁਰੂ ਦਾ ਦੇਹ ਗੁਰੂ ਨਹੀਂ ਹੁੰਦੀ। ਗੁਰੂ ਦਾ ਵਿਚਲਾ ਗਿਆਨ ਜਿਹੜਾ ਹੈ ਉਹ ਬਿਆਸੀ ਤੇ ਕਾਟ ਕਰੇਗਾ। ਦੇਹ ਦੀ ਇੰਨੀ ਵੈਲਿਊ ਨਹੀਂ ਹੈ। ਸਾਰਾ ਗਿਆਨ 'ਚ ਦੇਹ ਭੱਜੀ ਪਈ ਹੈ। ਦੇਹੀ ਕਾਚੀ ਕਾਗਜ਼ ਮਿਕਦਾਰਾ। ਕਾਗਜ਼ ਵੀ ਸਾਡੇ ਗੁਰੂ ਨਹੀਂ ਆ। ਕਾਗਜ਼ਾਂ ਦੇ ਉੱਤੇ ਜੋ ਅੱਖਰਾਂ 'ਚ ਗਿਆਨ ਹੈ ਉਹ ਸਾਡਾ ਗੁਰੂ ਹੈ। ਦਸਮ ਪਾਤਸ਼ਾਹ ਦਾ ਜੋ ਕਹਿੰਦੇ ਗਿਆਨ ਗੁਰੂ ਆਤਮ ਉਪਦੇਸੋ। ਸੋ ਜਿਹੜੇ ਅੱਖਰ ਹੈ ਐਸਾ ਅਸੀਂ ਅੱਜ ਵਿਸ਼ਾ ਸੁਣਨ ਲੱਗੇ ਹਾਂ ਵੀ ਪਤਾ ਨਹੀਂ ਰੋਜ਼ ਦੇ ਕਿੰਨੇ ਕੁ ਹਿੰਦੁਸਤਾਨ 'ਚ ਪਾਪ ਹੋ ਰਿਹਾ ਹੈ। ਐਸੇ ਕੋਈ ਐਸੀਆਂ ਚੀਜ਼ਾਂ ਜੋ ਡਾਕਟਰ ਆਪ ਦੱਸਦੇ ਆ ਜੀ ਅਸੀਂ ਸਵੇਰ ਤੋਂ ਲੱਗਦੇ ਹਾਂ ਰਾਤ ਤੱਕ ਜਿਹੜਾ ਅਬੋਰਸ਼ਨ ਕਰਾਉਂਦੇ ਹੈ ਵੀ ਬੱਚਾ ਨਹੀਂ ਚਾਹੀਦਾ ਅਤੇ ਉਹ ਵਿੱਚ ਹੀ ਸੂਈ ਲਾ ਕੇ ਮਾਰ ਦਿੰਦੇ ਆ ਔਰ ਫਿਰ ਉਹਨੂੰ ਕੱਢਦੇ ਬਾਹਰ। ਔਰ ਇਹਦੇ ਨਾਲ ਇੰਨੀਆਂ ਲੜਕੀਆਂ ਜ਼ਾਇਆ ਕੀਤੀਆਂ ਜਾਂਦੀਆਂ। ਹਾਂ, ਲੜਕਾ ਨਹੀਂ ਕੋਈ ਜ਼ਾਇਆ ਕਰਦਾ। ਉਹ ਤੁਸੀਂ ਸਾਰੇ ਹੀ ਪੜ੍ਹੇ ਲਿਖੇ ਲੋਕ ਹੋ, ਸਾਰੀਆਂ ਖਬਰਾਂ ਪੜ੍ਹਦੇ ਹੋ। ਧੰਨ ਗੁਰੂ ਬਾਬਾ ਨਾਨਕ ਜਿਹਨੇ ਆਪਣੇ ਇਸ ਆਸਾ ਦੀ ਵਾਰ ਦੇ ਗਿਆਨ 'ਚ ਹੀ ਹਲੂਣਾ ਦਿੱਤਾ ਸਾਰੀ ਸਿੱਖ ਕੌਮ ਨੂੰ ਵੀ ਲੜਕੀ ਨੂੰ ਭੈੜਾ ਨਾ ਸਮਝੋ ਔਰ ਲੜਕੇ ਨੂੰ, ਦੋਨਾਂ ਨੂੰ ਇੱਕੋ ਜਿਹਾ ਦਿੱਤਾ ਹੈ ਸਾਰੀ ਬਾਣੀ 'ਚ ਦਰਜਾ। ਅੱਜ ਅਸੀਂ ਐਸਾ ਬਰੀਕ ਵਿਸ਼ਾ ਸ਼ੁਰੂ ਕਰਨ ਲੱਗੇ ਹਾਂ ਜੇ ਤੇ ਸ਼ਬਦ ਲਿਆ ਕੇ ਅਸੀਂ ਜ਼ਾਹਰ ਕਰਾਂਗੇ ਵੀ ਸਿੱਖੀ 'ਚ ਜਿਹੜੇ ਸਿੱਖ ਲੋਕ ਖਾਸ ਬਾਣੀ ਨੂੰ ਮੱਥਾ ਟੇਕਦੇ ਨੇ ਔਰ ਉਹ ਭੈ ਨਹੀਂ ਖਾਂਦੇ ਕਿਉਂਕਿ ਉਹਨਾਂ ਨੂੰ ਬਾਣੀ ਦੇ ਵਿਚਲੇ ਮਤਲਬ ਦਾ ਹੀ ਨਹੀਂ ਪਤਾ। ਆਸਾ ਦੀ ਵਾਰ ਗਾਈ ਜਾਂਦੇ ਨੇ ਲੇਕਿਨ ਉੱਥੇ ਭੰਡ ਦੇ ਲਫ਼ਜ਼ ਦਾ ਹੀ ਨਹੀਂ ਪਤਾ। ਭੰਡ ਦਾ ਮਾਇਨਾ ਕੀ ਹੈ? ਪੰਡੋ ਜੰਮੀਏ ਭੰਡ ਨਿੰਮੀਏ ਭੰਡ। ਜਿੰਨਾ ਵੀ ਆਸਾ ਦੀ ਵਾਰ 'ਚ ਰੋਜ਼ ਲੱਗ ਰਹੀ ਭੰਡ ਦੇ ਡਿਕਸ਼ਨਰੀ ਮੀਨਿੰਗ ਨਹੀਂ ਪਤਾ ਵੀ ਭੰਡ। ਇਸੇ ਕਰਕੇ ਜਿਹੜਾ ਦਾ ਰਿਵਾਜ਼ ਤੁਰਿਆ ਵੀ ਬਾਣੀ ਨੂੰ ਗਾ ਲਓ, ਇਹਦਾ ਪਾਠ ਕਰ ਲਓ, ਪਰ ਸਮਝਣ ਦੀ ਲੋੜ ਨਹੀਂ ਹੈ। ਇਹ ਐਡਾ ਵੱਡਾ ਅਗਿਆਨਤਾ ਦਾ ਕੰਮ ਹੋ ਰਿਹਾ ਜਿਸ ਕਰਕੇ ਪਾਪ ਹੋ ਰਹੇ ਸਾਰੇ। ਅਸੀਂ ਹੌਲੀ ਹੌਲੀ ਇਹ ਸਾਰੀ ਚੀਜ਼ ਇਸ ਤਰੀਕੇ ਨਾਲ ਬਾਣੀ ਦੇ ਸ਼ਬਦਾਂ ਦੇ ਹਿਸਾਬ ਨਾਲ ਵੀ ਧੰਨ ਗੁਰੂ ਬਾਬਾ ਨਾਨਕ ਜਿਹਨੇ ਆਵਾਜ਼ ਚੱਕੀ ਉਸ ਵੇਲੇ ਔਰ ਆਹ ਸ਼ਬਦ ਸਾਨੂੰ ਦਿੱਤਾ ਵੀ ਉਹਨੂੰ ਮੰਦਾ ਨਾ ਆਖੋ ਜਿਹਦੇ ਪੇਟੋਂ ਕਾ ਰਾਜੇ ਪੈਦਾ ਹੁੰਦੇ ਨੇ। ਸਾਰੀ ਦੁਨੀਆ ਹੀ ਔਰ ਭੰਡ ਮੈਨੇ ਔਰਤ ਹੈ, ਭੰਡ ਮੈਨੇ ਬੀਬੀ ਹੈ, ਭੰਡ ਮੈਨੇ ਮਾਂ ਹੈ ਸਾਡੀ। ਇਸ ਕਰਕੇ ਜਿਹੜਾ ਭੰਡ ਲਫ਼ਜ਼ ਆਇਆ ਇਹ ਬ੍ਰਾਹਮਣਵਾਦ ਨਾਲ ਐਸਾ ਬਦਨਾਮ ਕੀਤਾ ਸੀ। ਮੋਟਾ ਜਿਹਾ ਇਹਦਾ ਲਫ਼ਜ਼ ਇਹ ਹੈ, ਅਸੀਂ ਆਮ ਕਹਿ ਦਿੰਦੇ ਯਾਰ ਤੂੰ ਮੈਨੂੰ ਭਰੀ ਸਭਾ 'ਚ ਬੜਾ ਭੰਡਿਆ। ਭੰਡਿਆ ਨਫ਼ਰਤਯੋਗ ਲਫ਼ਜ਼ ਹੈ। ਬ੍ਰਾਹਮਣ ਔਰਤ ਜਾਤੀ ਨੂੰ ਇੰਨਾ ਨੱਪ ਰਿਹਾ ਸੀ, ਇੰਨਾ ਉਹਨੂੰ ਭੰਡਿਆ। ਅਸੀਂ ਗਾਂ ਆਸਾ ਦੀ ਵਾਰਦੀਆਂ 'ਚ ਸਾਰੀ ਚੀਜ਼ ਲਿਆਵਾਂਗੇ ਵੀ ਸੂਤਕਵਾਦ ਜਬ ਔਰਤ ਬਾਬਲੇ ਜਿੰਨਾ ਬ੍ਰਾਹਮਣਵਾਦ ਬ੍ਰਾਹਮਣ ਇਹਨਾਂ ਚੀਜ਼ਾਂ ਦੇ
ਮਤਲਬ ਜੇ ਉਹਨਾਂ ਨਾਲ ਲਫ਼ਜ਼ ਇਹ ਕੱਢਿਆ ਸੀ ਵੀ ਇਹ ਭੰਡਣ ਦਾ ਮਤਲਬ ਹੈ ਇਹ ਨਿੰਦਣਯੋਗ ਚੀਜ਼ ਹੈ ਬੀਬੀ, ਲੜਕੀ ਵੀ, ਬਾਕੀ ਸਾਰੀ ਇਹ। ਲੇਕਿਨ ਅਸੀਂ ਬਾਣੀ ਦੇ ਰਾਹੀਂ ਸਾਬਤ ਕਰਾਂਗੇ ਵੀ ਧੰਨ ਗੁਰੂ ਬਾਬਾ ਨਾਨਕ ਜੀ ਨੇ ਆਵਾਜ਼ ਚੱਕੀ ਔਰ ਖ਼ਾਸ ਕਰਕੇ ਪੰਜਾਬ ਦੇ ਵਿੱਚ ਬੜਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ। ਫਿਰ ਆਵਾਜ਼ ਉੱਠੀ तौहीद की पंजाब से, एक मर्द कामल ने जगाया ख्वाब से। सारी हिंदू कौम और इससे उन्होंने दे असूलों ਨੂੰ ਮੰਨਣ ਵਾਲੇ ਹਿੰਦੂਇਜ਼ਮ ਵਾਲੇ ਔਰ ਸਾਰੀ ਕੌਮ ਸੁੱਤੀ ਪਈ ਸੀ। ਉਧਰ ਮੁਸਲਮਾਨ ਸੁੱਤੇ ਪਏ ਸੀ। ਅਸੀਂ ਪਿਛਲੀ ਚੌਂਕੀਆਂ ਲਾ ਚੁੱਕੇ ਹਾਂ ਵੀ ਰੰਨਾਂ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ, ਸੱਤੀ ਰੰਨੀ ਘਰੀ ਸਿਆਪਾ। ਬਾਬੇ ਨਾਨਕ ਦੀ ਬਾਣੀ ਦੇ ਚੁੱਕੇ ਹਾਂ ਪਿੱਛੇ। ਅੱਜ ਅਸੀਂ ਉਹਨਾਂ ਦਾ ਆਸਾ ਦੀ ਵਾਰ ਜਿਹੜੀ ਰੋਜ਼ ਸੁਣਦੇ ਹੋ, ਆ ਇੱਕ ਲਫ਼ਜ਼ ਦੇ ਮੈਨੇ ਨਾ ਸਮਝਣ ਕਰਕੇ ਹੀ ਇੰਨੇ ਪਾਪ ਹੋ ਰਹੇ ਨੇ। ਅਸੀਂ ਮੁੰਡੇ ਨੂੰ ਚੰਗਾ ਸਮਝਦੇ ਹਾਂ, ਭਾਵੇਂ ਉਹ ਵੱਡਾ ਹੋ ਕੇ ਪਿਓ ਸਭ ਦੇ ਸਿਰ 'ਚ ਸੁਆਹ ਪਾਵੇ ਉੱਠ ਕੇ। ਇੱਕ ਧੀਆਂ ਹੈ ਜਿਹੜੀਆਂ ਕਿ ਬਾਪ ਦੀ ਖਬਰ ਸੁਣ ਕੇ 7 ਸਮੁੰਦਰਾਂ ਤੋਂ ਪਾਰ ਰੋ ਰੋ ਕੰਧਾਂ ਕਵਾ ਦਿੰਦੀਆਂ। ਪੁੱਤ ਲਾਗੇ ਹੋਏ ਪੁੱਛਦੇ ਨਹੀਂ ਆ ਮਾਂ ਬਾਪ ਨੂੰ। ਇਸ ਕਰਕੇ ਸਾਡੇ ਲਈ ਉਹ ਵੀ ਪੁੱਤ ਵੀ ਚੰਗੇ ਆ, ਧੀਆਂ ਵੀ ਚੰਗੀਆਂ, ਪਰ ਜਿਹੜਾ ਬਾਣੀ ਦੇ ਹਿਸਾਬ ਹੈ ਨਾ, ਸਾਡੀ ਬਾਣੀ ਤੇ ਕਹਿੰਦੇ ਹੈ ਪੂਤ ਕਾਹੇ ਝਗੜਤ ਸੰਗ ਬਾਪ। ਆ ਗੁਰੂ ਰਾਮਦਾਸ ਸਾਹਿਬ ਕਹਿ ਰਹੇ ਨੇ ਪੁੱਤ ਦਾ ਆਪਣੇ ਬਾਪ ਨਾਲ ਝਗੜਨਾ ਪਾਪ ਹੈ ਬਾਣੀ 'ਚ। ਪੂਤ ਕਾਹੇ ਝਗੜਤ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ ਤਿੰਨ ਸੰਗ ਝਗੜਤ ਪਾਪ। ਉਹਨਾਂ ਨੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ, ਉੱਥੋਂ ਬਾਅਦ ਵੱਡਾ ਕੀਤਾ, ਤਾਲੀਮ ਦਿੱਤੀ, ਇੰਨੇ ਦੁੱਖ ਸਹਿ ਤੇਰੇ ਬਦਲੇ, ਉਹਦੇ ਨਾਲ ਝਗੜਦਾ ਤੂੰ, ਤਿੰਨ ਸੰਗ ਝਗੜਤ ਪਾਪ। ਅਸੀਂ ਹੌਲੀ ਹੌਲੀ ਇਹ ਸਾਰੇ ਨਹੀਂ ਹੈ ਵੀ ਸਾਰੇ ਪੁੱਤ ਖਰਾਬ ਹੁੰਦੇ ਨੇ, ਲੇਕਿਨ ਮੈਜੋਰਿਟੀ ਅੱਜ ਕੱਲ੍ਹ ਬੈਂਟ ਆਫ ਮਾਈਂਡ ਸਾਰੀ ਸੁਸਾਇਟੀ ਦਾ ਕੀ ਹੈ ਵੀ ਬਸ ਮੁੰਡੇ ਦੇ ਲਈ ਵਧਾਈਆਂ ਦੇਣੀਆਂ ਔਰ ਕੁੜੀਆਂ ਜੰਪੀਆਂ ਅਤੇ ਸਾਰੇ ਸੌਂ ਜਾਂਦੇ ਹੈ। ਗੱਲ ਤਾਂ ਅੱਜ ਅਸੀਂ ਇਹ ਸਾਬਤ ਕਰਾਂਗੇ ਵੀ ਜਿਹੜੀ ਆ ਮਹਾਰਾਜ ਨੇ ਤੁਕ ਲਿਖੀ ਹੈ ਉਹ ਇਸੇ ਕਰਕੇ ਅਸੀਂ ਹਾਈਲਾਈਟ ਤੁਹਾਡੇ ਹੱਥਾਂ 'ਚ ਦਿੱਤਾਂਗੇ। ਭੰਡ ਦਾ ਲਫ਼ਜ਼ ਆਏਗਾ ਔਰ ਸ਼ੁੱਧ ਪੜ੍ਹਨਾ ਆਪਣੇ ਆਪ ਮੈਨੇ ਕਲੀਅਰ ਹੋਣਗੇ। ਆਓ ਪਹਿਲਾਂ ਗੁਰੂ ਬਾਬੇ ਨਾਨਕ ਦਾ ਇਹ ਸਲੋਕ ਐਨ ਸ਼ੁੱਧ ਪੜ੍ਹ ਲਈਏ ਔਰ ਮਹੱਲੇ ਪਹਿਲੇ ਤੋਂ ਤਾਂ ਸ਼ੁਰੂ ਹੋਊਗਾ। ਅਸੀਂ ਜਿਹੜੀ ਹਾਈਲਾਈਟ ਲਾਈਨ ਕੀਤੀ ਹੈ ਉਹ ਸ਼ੁਰੂ ਕਰ ਰਹੇ ਹਾਂ। ਸੋ ਕਿਉਂ ਮੰਦਾ ਆਖੀਐ, ਜਿਤ ਜਮ ਹੈ ਰਾਜਾ। 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 ਮਹੱਲਾ ਪਹਿਲਾ ਗੁਰੂ ਬਾਬਾ ਨਾਨਕ। ਪੰਡੇ ਜੰਮੀਐ ਪੰਡੇ ਨਿੰਮੀਐ, ਥੋੜਾ ਭੰਡ ਔਰਤ ਕੋਲੋਂ, ਔਰਤ ਹੀ ਤੈਨੂੰ ਜਨਮ ਦਿੰਦੀ ਹੈ, ਉਹਦੀ ਕੁੱਖ 'ਚ ਤੂੰ ਪੈਦਾ ਹੋਣਾ ਜੰਮਦਾ ਹੈ। ਭੰਡ ਨਹੀਂ ਕਹਿਣਾ। ਸਾਰੇ ਬਾਣੀ ਗਲਤ ਪੜ੍ਹੀ ਜਾ ਰਹੇ ਆਸਾ ਦੀ ਵਾਰ। ਭੰਡ ਜੰਮੀਏ ਭੰਡ ਨਿੰਮੀਏ ਭੰਡ ਮੰਗਣ। ਉਹ ਭਾਈ ਦੇਖ ਤੇ ਲਓ, ਭੰਡ ਜੰਮੀਏ ਤੇ ਕੋਈ ਮਤਲਬ ਨਹੀਂ ਹੈ। ਭੰਡੇ ਜੰਮੀਏ, ਡੱਡੇ ਨੂੰ ਸਿਹਾਰੀ ਹੈ। ਔਰਤ ਤੂੰ ਹੀ ਤੂੰ ਜਨਮ ਲੈਣਾ ਹੈ। ਭੰਡੇ ਜੰਮੀਐ, ਫਿਰ ਜੰਮ ਕੇ ਤੂੰ ਉਹਨਾਂ ਦੇ ਥਣਾ ਰਾਹੀਂ ਉਹਦਾ ਖੂਨ ਚੂਸ ਚੂਸ ਵੱਡਾ ਹੁੰਦਾ ਹੈ। ਦੁੱਧ ਪੀਣਾ ਕੀ ਹੈ? ਮਾਂ ਨੂੰ ਇੰਨਾ ਚੂਸਦਾ ਹੈ ਥਣਾ ਰਾਹੀਂ ਸਾਰਾ। ਕਿੱਡੀ ਵੱਡੀ ਚੀਜ਼ ਬਾਬਾ ਕਹਿ ਰਿਹਾ ਹੈ। ਭੰਡ ਤੋਂ ਤੂੰ ਜੰਮਦਾ ਹੈ
ਔਰ ਭੰਡ ਨੂੰ ਹੀ ਨਿੰਮਦਾ ਹੈ। ਨਿੰਮਣਾ ਕਹਿੰਦੇ ਨਿਚੋੜਨ ਨੂੰ, ਜਿੱਦਾਂ ਨਿੰਬੂ ਨਿਚੋੜੀਦਾ ਹੈ। ਤੈਨੂੰ ਖੁਰਾਕ ਮਿਲਦੀ ਹੈ ਜਦ ਤੂੰ ਆਪਣੀ ਮਾਂ ਨੂੰ ਨਿਚੋੜਦਾ ਹੈ। ਇਸ ਕਰਕੇ ਭੰਡੇ ਜੰਮੀਐ ਭੰਡੇ ਨਿੰਮੀਐ, ਭੰਡੇ ਜੰਮੀਐ ਭੰਡੇ ਨਿੰਮੀਐ, ਭੰਡੇ ਮੰਗਣ ਵਿਆਹ। ਉਸ ਭੰਡ ਨਾਲ ਹੀ ਤੇਰੀ ਮੰਗਣੀ ਹੁੰਦੀ ਹੈ, ਫਿਰ ਤੂੰ ਔਰਤ ਨਾਲ ਹੀ ਵਿਆਹ ਕਰਵਾਉਣਾ ਹੈ। ਅਖੀਰ ਤੇ ਮਹਾਰਾਜ ਸੱਟ ਮਾਰਨਗੇ ਐਸੀ ਜਿਹੜੀ ਰੈਵੋਲਿਊਸ਼ਨਰੀ ਗਿਆਨ ਹੈ। ਸੁਸਾਇਟੀਆਂ 'ਚ ਜਿਹੜੀਆਂ ਚੀਜ਼ਾਂ ਵੜੀਆਂਗੇ, ਬਾਬੇ ਨਾਨਕ ਦੀ ਬਾਣੀ ਇਹਨੂੰ ਮੋੜ ਦੇਗੀ। ਉਹ ਡਰੋ ਇਸ ਚੀਜ਼ ਤੋਂ। ਸੋ ਕਿਉ ਮੰਦਾ ਆਖੀਐ, ਚੇਤ ਜਮ ਹੈ ਰਾਜਾ। ਬੀਬੀ ਤੋਂ ਬਗੈਰ ਕੋਈ ਜਨਮ ਨਹੀਂ ਲੈ ਸਕਦਾ ਹੈ। ਜਨਮ ਦਾਤਾ ਹੈ, ਐਸੀ ਮਾਤਾ ਹੈ, ਐਸੀ ਜਿਹਦੇ ਪੇਟੋਂ ਸਭ ਕੁਛ ਹੀ ਉਹ ਕਰਦੀ ਹੈ ਦੁਨੀਆ। ਇਸੇ ਕਰਕੇ ਸਾਡਾ ਗੁਰੂ ਵੀ ਪਹਿਲਾਂ ਉਹੀ ਹੈ, ਗੁਰਦੇਵ ਮਾਤਾ ਗੁਰਦੇਵ ਪਿਤਾ। ਪਿਤਾ ਬਾਅਦ ਚਾਹੁੰਦਾ ਹੈ। ਗੁਰਦੇਵ ਮਾਤਾ ਗੁਰਦੇਵ ਪਿਤਾ, ਗੁਰਦੇਵ ਪਰਮੇ ਗੁਰਦੇਵ ਪਰਮੇਸ਼ਰ, ਗੁਰਦੇਵ ਮਾਤਾ ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ। ਤੂੰ ਮੇਰਾ ਮਾਤਾ, ਮੇਰਾ ਮਾਤਾ ਪਿਤਾ ਸਾਰਾ, ਪਰ ਪਹਿਲਾਂ ਗੁਰਦੇਵ ਜਿਹੜਾ ਹੈ ਮਾਂ ਹੀ ਸਿਖਾਲਦੀ ਹੈ। ਮਾਂ ਹੀ ਸਭ ਕੁਛ ਪਹਿਲਾਂ, ਗੁਰੂ ਪਹਿਲੀ ਮਾਂ ਹੈ। ਗੁਰਦੇਵ ਮਾਤਾ ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ। ਸੋ ਕਿਉ ਮੰਦਾ ਆਖੀਐ, ਜਿਤ ਜਮ ਹੈ ਰਾਜਾ। ਸੋ ਕਿਉ ਮੰਦਾ ਆਖੀਐ, ਜਿਤ ਜਮ ਹੈ ਰਾਜਾ। ਭੰਡੇ ਜੰਮੀਐ ਭੰਡੇ ਨਿੰਮੀਐ, ਭੰਡੇ ਜੰਮੀਐ ਭੰਡੇ ਨਿੰਮੀਐ। ਨਿੰਮੀਐ ਕਹਿੰਦੇ ਨਿਚੋੜਨ ਨੂੰ। ਭੰਡੇ ਜੰਮੀਐ ਭੰਡੇ ਨਿੰਮੀਐ, ਭੰਡੇ ਮੰਗਣ ਵਿਆਹ। ਇਹ ਭੰਡੇ ਮੰਗਣ ਵਿਆਹ, ਭੰਡੇ ਮੰਗਣ ਵਿਆਹ, ਭੰਡੇ ਮੰਗਣ ਵਿਆਹ। ਭੰਡੋ ਹੁਣ ਭੰਡ ਹੋ ਆ ਗਿਆ, ਇੱਥੇ ਭੰਡੇ ਨਹੀਂ ਰਿਹਾ ਨਾ ਭੰਡ ਰਿਹਾ। ਇਹ ਬਾਣੀ ਗਲਤ ਪੜ੍ਹਨ ਦਾ ਹੀ ਹੈ ਵੀ ਕਦੀ ਕਿਸੇ ਨੂੰ ਇਹਦੀ ਅਗਿਆਨਤਾ ਦਾ ਮਹਿਸੂਸ ਨਹੀਂ ਹੁੰਦਾ ਵੀ ਅਸੀਂ ਕੀ ਗਲਤੀ ਕਰ ਰਹੇ ਹਾਂ। ਕਿਉਂਕਿ ਸਾਰੇ ਕਿਤਾਬਾਂ ਨੇ ਜੀ ਬਾਣੀ 'ਚ ਪਾਰਸ ਕਲਾ ਹੈ। ਉਹ ਬਾਣੀ 'ਚ ਜੇ ਪਾਰਸ ਕਲਾ ਹੋ ਗਈ ਤਾਂ ਨਾਮ 'ਚ ਕਿਹੜੀ ਕਲਾ ਹੋ ਗਈ? ਬਾਣੀ 'ਚ ਗਿਆਨ ਕਲਾ ਹੈ। ਬਾਣੀ ਨੂੰ ਗਿਆਨ ਸਮਝਣਾ ਪੈਣਾ ਹੈ ਵੀ ਕਿ ਇਹਦੇ ਪੜ੍ਹਨ ਨਾਲ ਕਲਿਆਣ ਨਹੀਂ ਹੋਣੀ। ਸੋ ਕਿਉ ਮੰਦਾ ਆਖੀਐ, ਜਿਤ ਜਮ ਹੈ ਰਾਜਾ। ਭੰਡੇ ਜੰਮੀਐ ਭੰਡੇ ਨਿੰਮੀਐ, ਭੰਡੇ ਜੰਮੀਐ ਭੰਡੇ ਨਿੰਮੀਐ। ਉਸ ਪਾਠੀ ਨਾਲ ਮਾਂ ਦੀ ਕੀ ਕਦਰ ਕਰਨੀ?
ਜਿਹਨੇ ਖੰਡ ਪਾਠ 'ਚ ਪੜ੍ਹੀ ਜਾਣਾ ਪੰਡ ਜੰਮੀਆਂ ਪੰਡ ਮੰਗਣਾ ਪੰਡ ਮੰਗਣੇ ਆ ਪੰਡੋ, ਉਹ ਕਿਉਂ ਕੌਮ ਦਾ ਬੇੜਾ ਗਰ ਕਰ ਰਹੇ ਹੋ? ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ ਖੰਡ ਪਾਠ ਕਰਨਾ? ਇੱਕ ਤੋਂ ਕੱਢ ਕੇ ਦੱਸ ਦਿਓ ਪਾਠ ਲਈ। ਅਸੀਂ ਇਸੇ ਕਰਕੇ ਸਾਰੀ ਕੌਮ ਅਗਿਆਨਤਾ 'ਚ ਸਭ ਤੋਂ ਜ਼ਿਆਦਾ ਪਾਪ ਸਾਡੇ ਬਾਹਰਲੇ ਜਿਹੜੇ ਮੁਲਕਾਂ 'ਚ ਰਹਿਣ ਵਾਲੇ ਸਾਡੇ ਸਿੱਖ ਐਡੇ ਅਮੀਰ ਸਾਹਿਬ ਆ ਗਏ, ਉਹ ਸਾਰੀਆਂ ਇੰਡੀਆ 'ਚ ਆਣ ਕੇ ਅਬੋਰਸ਼ਨਾਂ ਕਰਾਉਂਦੇ ਨੇ। ਇਸ ਕਰਕੇ ਉਹ ਪਾਪ ਹੋ ਰਿਹਾ ਸਿਰਫ ਇਸ ਕਰਕੇ ਵੀ ਆਸਾ ਦੀ ਵਾਰ ਲਾਤੀ ਦੀ, ਆਸਾ ਪੂਰੀਆਂ ਹੋ ਜਾਣਗੀਆਂ। ਓਏ ਆਸਾ ਦੀ ਵਾਰ ਨੂੰ ਸਮਝਣਾ ਪੈਣਾ। ਮਹੱਲਾ ਪਹਿਲਾ ਕਿੱਡੀ ਵੱਡੀ ਗੱਲ ਕਹਿ ਰਿਹਾ ਹੈ। ਡਰੋ ਇਸ ਪਾਪ ਤੋਂ, ਸੋ ਕਿਉਂ ਮੰਦਾ ਆਖੀਐ, ਜਿਤ ਜਮ ਹੈ ਰਾਜਾ, ਭਾਂਡੇ ਜੰਮੀਐ ਭਾਂਡੇ ਨਿੰਮੀਐ, ਭਾਂਡੇ ਜੰਮੀਐ ਭਾਂਡੇ ਨਿੰਮੀਐ, ਭਾਂਡੇ ਮੰਗਣ ਪਿਆ। ਅਗਲਾ ਭੰਡ ਦੇ ਨਾਲ ਹੀ ਦੋਸਤੀ ਕਰਦਾ। ਐਡੇ ਵੱਡੇ ਦੁਨੀਆ ਦੇ ਆਸ਼ਿਕ ਕਿੱਥੋਂ ਬਣ ਗਏ ਜੇ ਭੰਡ ਨਾ ਹੁੰਦੀ? ਲੇਲਾ ਮਜਨੂ ਆਸ਼ਕੀ ਤਾਂ ਚੱਕੀ ਜਾਤੀ, ਔਰ ਲੇਲਾ ਮਜਨੂ ਹੀਰ ਰਾਂਝਾ ਜਿਹੜੇ ਵੱਡੇ ਵੇਖ ਹੈ। ਉਹਨਾਂ ਦਾ ਪਿਆਰ ਕਿਹਦੇ ਨਾਲ ਹੁੰਦਾ? ਮੋਹਲੇ ਨਾਲ, ਕੋਈ ਪੱਥਰ ਦੀ ਮੂਰਤੀ ਨਾਲ ਕਰਦੇ ਹੈ ਕਿ ਉਹ ਬੀਬੀ ਨਾਲ ਕਰਦੇ ਹੈ। ਦ੍ਰਿੜਤਾ ਹੈ ਦੀ ਜਿਹਨਾਂ ਨੇ, ਉਹਦੇ ਬਗੈਰ ਤੇ ਦੋਸਤੀ ਵੀ ਨਹੀਂ ਤੂੰ ਕਰ ਸਕਦਾ। ਇਸ ਕਰ ਲੇਕਿਨ ਉਸ ਫੈਕਟਰ ਨੂੰ, ਇਸ ਬ੍ਰਾਹਮਣ ਨਾਲ ਭੰਡੇ ਅਸੀਂ ਨਿੰਦ ਕਰਦੇ। ਅਸੀਂ ਸੁਸਾਇਟੀ ਉਹਦਾ ਦਰਦਾ ਇੰਨਾ ਨੀਵਾਂ ਵੀ ਜਿਹਦੇ ਕੁੜੀ ਪੈਦਾ ਹੋ ਜਾਏ ਸਭ ਤੋਂ ਪਹਿਲਾਂ ਸੱਸ ਨੂੰ ਸੋਗ ਉੱਠਦਾ, ਹਾਲਾਂਕਿ ਉਹ ਵੀ ਕੁੜੀ ਤੋਂ ਜੰਮੀ ਹੈ। ਘਰ ਘਾਰੇ ਹਾਲਤ ਇਸੇ ਕਰਕੇ ਅਸੀਂ ਬਾਬੇ ਦਾ ਗਿਆਨ ਨਹੀਂ ਸਮਝਦੇ, ਉਹਦਾ ਪਾਠ ਕਰਕੇ ਲੰਘ ਜਾਂਦੇ। ਮੁੰਡਾ ਜੰਮਦਾ ਲੱਡੂ ਵੇਚ ਮਾਰ ਵੱਡੀਆਂ ਵਧਾਈਆਂ, ਕੁੜੀ ਵਾਰੀ ਘਸੋਂ ਜਾਂਦੇ ਸਾਰੇ। ਅਸੀਂ ਵੀ ਤੋਰਿਆ, ਜੇ ਕੁੜੀ ਹੋਵੇ ਜਿਹੜਾ ਵਧਾਈ ਨਹੀਂ ਦਿੰਦਾ ਉਹਦੇ ਨਾਲ ਬੋਲ ਚਾਲ ਬੰਦ ਕਰੋ, ਕਿਉਂਕਿ ਅਸੀਂ ਹੁਕਮਾਂ ਤੋਂ ਉਲਟ ਹੈ। ਐਡਾ ਦਰਜਾ ਉਹਨੂੰ ਦਿਓ ਜਿੱਦਾਂ ਬਾਹਰਲੇ ਮੁਲਕਾਂ 'ਚ ਆਪ ਅੰਗਰੇਜ਼ ਲੋਕਾਂ ਨੇ, ਜਿਹਨਾਂ ਦਾ ਸੂਰਜ ਨਹੀਂ ਸੀ ਡੁੱਬਦਾ ਸਾਰੀ ਧਰਤੀ 'ਚ। ਔਰ ਕਿਹਦਾ ਸੀ ਰਾਜ? ਉਹ ਮਲਕਾ ਵਿਕਟੋਰੀਆ ਦਾ ਰਾਜ ਸੀ। ਉੱਥੇ ਉਹਦੇ ਜਿਹੜੇ ਸਿਆਣੇ ਲੋਕ ਜਾਂ ਜਿਹੜੇ ਹੈ ਮਲਕਾ ਵਿਕਟੋਰੀਆ ਰਾਜ ਦੀ ਗੱਦੀ, ਕੋਈ ਜੋ ਉਹਨਾਂ ਦੇ ਅਸੂਲ ਹੈ, ਭਾਵੇਂ ਔਰਤ ਹੋਵੇ ਭਾਵੇਂ ਮਰਦ ਹੋਵੇ, ਉਹਦੇ ਮਲਕਾ ਵਿਕਟੋਰੀਆ ਦੇ ਰਾਜ 'ਚ ਸੂਰਜ ਨਹੀਂ ਸੀ ਡੁੱਬਦਾ। ਇੰਨਾ ਸਾਰੀ ਦੁਨੀਆ 'ਚ ਉਹਦਾ ਰਾਜ ਸੀ। ਪਰ ਭੰਡ ਸੀ ਸਾਡੇ ਤੇ ਪੰਜਾਂ ਪਿਆਰਿਆਂ 'ਚ ਨਹੀਂ ਹੋਣ ਦਿੰਦੇ ਭੰਡ। ਹਾਲਾਂਕਿ ਸਿੱਖ ਨਹੀਂ ਲੱਭਦਾ ਹੀ ਨਹੀਂ। ਅਸੀਂ ਹੌਲੀ ਹੌਲੀ ਇਸ ਪ੍ਰਕਰਣ 'ਚ ਉਹ ਚੀਜ਼ਾਂ ਸਾਫ਼ ਕਰਾਂਗੇ ਪਿਆਰ ਨਾਲ। ਔਰ ਮਾੜੇ ਨਹੀਂ ਹੈ ਜਿਹੜੇ ਕਰ ਰਹੇ ਹੈ, ਕਿਉਂਕਿ ਅਗਿਆਨਤਾ ਦੇ ਵੱਸ ਹੈ। ਸਾਨੂੰ ਪਤਾ ਨਹੀਂ ਸਾਡੀ ਬਾਣੀ ਕੀ ਕਹਿੰਦੀ ਹੈ, ਕੋਈ ਸਮਝਾਉਂਦਾ ਨਹੀਂ ਹੈ। ਔਰ ਰੋਜ਼ ਆਸਾ ਦੀ ਵਾਰ ਰਾਊਂਡ ਦੀ ਕਲੌਕ ਇਸ ਲੋਕ ਪੜ੍ਹਿਆ ਜਾ ਰਿਹਾ ਬਾਬੇ ਦਾ। ਲੇਕਿਨ ਪੁਆੜਾ ਇਹ ਪਿਆ ਵੀ ਜਿਹੜਾ ਨਾ ਸਮਝਾ ਕੇ, ਜਿਹੜਾ ਰਾਗੀ ਹੈ, ਜਿਹੜਾ ਇੰਨੀ ਚੜਾਵਾ ਲੈਂਦਾ, ਸਭ ਕੁਛ ਕਰਦਾ, ਉਹ ਮਿਹਨਤ ਕਰਕੇ ਘਰੋਂ ਆਵੇ, ਸੰਗਤ ਦੇ ਪੱਲੇ ਪਾਵੇ, ਭਾਵੇਂ ਇੱਕ ਸਲੋਕ ਪੜ੍ਹੇ, ਇੱਕ ਪੌੜੀ ਪੜ੍ਹੇ, ਉਹਦਾ ਮਤਲਬ ਸਮਝਾਵੇ ਸੰਗਤ ਨੂੰ, ਜਿਹਦੇ ਕਿਰਤ ਦੇ ਨਾਲ ਉਹ ਪਲਦਾ ਹੈ ਸਾਰਾ। ਕਰੋੜਾਂ ਪਤੀ ਰਾਗੀ ਹੋਈ ਜਾਂਦੇ ਹੈ, ਲੇਕਿਨ ਗਿਆਨ ਸਮਝਾਉਂਦਾ ਕੋਈ ਨਹੀਂ ਹੈ। ਬਾਬੇ ਨਾਨਕ ਦਾ ਹੁਕਮ ਹੈ, ਸਮਝੇ ਸੂਝੇ ਪੜ੍ਹ ਬੂਝੇ, ਅੰਤ ਨਿਰੰਤਰੇ ਸਾਚਾ, ਪੜ੍ਹਿਆ ਨਹੀਂ ਭੇਦ ਬੁੱਝਿਆ ਪਾਈਏ। ਔਰ ਜਿਹੜਾ ਪੜ੍ਹਨਾ ਹੈ ਇਹ ਸ਼ੈਤਾਨ ਦਾ ਕੰਮ ਹੈ। ਬਾਣੀ ਪਿਛਲੀਆਂ ਦੇਖੋ ਕਾ ਬਾਬੇ ਗੁਰਪੁਰਬ 'ਤੇ ਜੋ ਅਸੀਂ ਟੇਪਾਂ ਛੱਡੀਆਂ ਗੁਰੂ ਨਾਨਕ ਦੀਆਂ, ਇਸ ਕਰਕੇ ਅਸੀਂ ਇਸ ਕਰਕੇ ਵਿਸ਼ਾ ਲਾ ਰਹੇ ਹਾਂ ਵੀ ਇਸ ਵੇਲੇ ਅਖਬਾਰਾਂ ਸਾਰਾ ਹੱਦ ਹੋ ਚੁੱਕੀ ਹੈ। ਲੜਕੀਆਂ ਦੀ ਤਾਦਾਦ ਘਟ ਗਈ ਪੰਜਾਬ 'ਚ, ਔਰ ਇੰਨੇ ਰੋਜ਼ ਦੇ ਉਹ ਡਾਕਟਰ ਵੀ ਕਹਿੰਦੀ ਹੈ ਸਦਾਈ ਹੋ ਗਏ ਵੀ ਅਸੀਂ ਇਸ ਪਾਪ ਦਾ ਕਿੱਥੇ ਜਾ ਕੇ ਪਰਾਂਗੇ। ਇਸ ਕਰਕੇ ਜਿਹੜਾ ਪਾਪ ਹੋ ਰਿਹਾ ਹੈ ਉੱਥੋਂ ਅਸੀਂ ਇਸੇ ਕਰਕੇ ਬਚ ਸਕਦੇ ਜੇ ਆ ਸਲਕ ਸਾਡੇ ਸਾਹਮਣੇ ਹੋਣ। ਤੋ ਸਲੋਕ ਮਹੱਲਾ ਪਹਿਲਾ, ਪੰਨਾ ਹੈ 473 473। ਔਰ ਸਲੋਕ ਮਹੱਲਾ ਪਹਿਲਾ ਅਸੀਂ ਲੈ ਰਹੇ ਹਾਂ, ਔਰ ਜਿਹੜੀ ਹਾਈਲਾਈਨ ਕੀਤੀ ਆ ਉਹ ਅਸੀਂ ਵਿਸ਼ਾ ਚੱਕ ਰਹੇ ਹਾਂ। ਸੋ ਕਿਉਂ ਮੰਦਾ ਆਖੀਐ, ਜਿਤ ਜਮ ਹੈ ਰਾਜਾ।
ਪੰਡੇ ਜੰਮੀਐ ਪੰਡੇ ਨਿੰਮੀਐ ਪੰਡੇ ਜੰਮੀਐ ਪੰਡੇ ਨਿੰਮੀਐ। ਆ ਨਿੰਮੀਏ ਦਾ ਲਫ਼ਜ਼ ਸਮਝ ਆ ਗਿਆ, ਇਨਸਾਨ ਕੰਬਦਾ ਹੈ ਵੀ ਮਾਂ ਨੂੰ ਨਿਚੋੜ ਕੇ ਮੈਂ ਦੁੱਧ ਪੀਤਾ ਉਹਦਾ ਸਭ ਕੁਛ ਤੋਂ ਨਿੰਮਣਾ ਹੈ ਨਿਚੋੜਨਾ। ਪੰਡੇ ਜੰਮੀਐ ਪੰਡੇ ਨਿੰਮੀਐ ਪੰਡੇ ਮੰਗਣ ਵਿਆਹੋ। ਪੰਡੋਂ ਹੁਣ ਪੰਡੋਂ ਲਿਖ ਗਏ, ਸਿਆਰੀ ਛੱਡ ਗਏ। ਪੰਡੋਂ ਹੋਵੇ ਦੋਸਤੀ ਪੰਡੋਂ ਹੋਵੇ ਦੋਸਤੀ ਪੰਡੋਂ ਚੱਲੇ ਰਾਹ। ਜੇ ਭਾਂਡਗਾ ਨਾ ਪੈਦਾ ਹੋਵੇ ਤੇ ਰਾਹ ਬੰਦ ਹੋ ਜਾਏ। ਲੜਕੇ ਲਈ ਚਲੋ ਕਿਸੇ ਦਿਨ ਬੰਦ ਹੋ ਜਾਏਗਾ ਸਭ ਕੁਝ। ਕੋਈ ਲੌਜਿਕ ਹੈ ਬਾਣੀ ਕੋ ਕੁਦਰਤ ਦੇ ਅਸੂਲ ਹੈ ਨੇਚਰ ਦੇ। ਪੰਡੋਂ ਚੱਲੇ ਰਾਹੋ, ਭੰਡ ਤੋਂ ਬਗੈਰ ਕੋਈ ਜੰਮ ਨਹੀਂ ਸਕਦਾ। ਗਾਂ ਰਾਹ ਨਹੀਂ ਬੰਦ ਹੋ ਜਾਏਗਾ। ਕੁਦਰਤੀ ਚੀਜ਼ ਹੈ ਜਿਹੜੀ ਬਣਾਈ ਹੈ ਔਰ ਕਦੀ ਨਹੀਂ ਹੋ ਸਕਦਾ। ਬਾਬਾ ਨਾਨਕ ਕਹਿੰਦਾ ਹੈ ਭੈਜਲੜੀ ਨਹੀਂ ਨਿਆਣੇ ਆਉਂਦੇ। ਗੁਰੂ ਨਾਨਕ ਦੇ ਅਸੀਂ ਬਾਣੀ ਲਿਆਵਾਂਗੇ ਵੀ ਧੀਆਂ ਪੂਤ ਸੰਜੋਗ, ਔਰ ਪਹਿਲਾਂ ਧੀਆਂ ਦਾ ਨਾਂ ਲੈ ਗਏ। ਧੀਆਂ ਪੂਤ ਸੰਜੋਗ, ਪਰ ਮੂਰਖ ਜਾਣੇ ਆਪਣੇ। ਸਾਡੇ ਨਹੀਂ ਆ ਅਸੀਂ ਪਰ ਸਾਡੀ ਫਿਲਾਸਫੀ ਹੈ ਮਾਇਆ ਵਿੱਚੇ ਮਾਇਆ ਪਾਇਆ। ਪਰ ਧੀਆਂ ਪੁੱਤ ਜਿਹੜੇ ਆਉਣੇ ਆ ਉਹ ਲੇਖੇਦਾਰ ਆਉਣੇ ਹੈ। ਤੂੰ ਚੀਂ ਕਰ ਭੀਂ ਕਰ ਲੇਖਾ ਦੇਣਾ ਪੈਣਾ ਉਹਨਾਂ ਦਾ। ਅਸੀਂ ਬੜੇ ਤਿਆਰ ਨਾ, ਲੇਕਿਨ ਬਾਣੀ ਦੀ ਜਿਹੜੀ ਬੰਦਿਸ਼ ਹੈ ਸੱਚਾਈ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਗੁਰਬਾਣੀ ਬਣੀਏ ਇਸ ਕਰਕੇ ਜਿਹੜੀ ਗੁਰਬਾਣੀ ਦੀ ਬੰਦਿਸ਼ ਹੈ ਉਹ ਸੱਚ 'ਤੇ ਕਾਇਮ ਹੈ। ਇਹਦੀ ਫਾਊਂਡੇਸ਼ਨ ਸੱਚ ਹੈ। ਉਹ ਕੀ ਹੈ? ਮਹਾਰਾਜ ਕਹਿੰਦਾ ਜਿਹੜਾ ਭੰਡੋਂ ਚੱਲੇ ਰਾਹੋ, ਇਹ ਰਾਹ ਨਹੀਂ ਬੰਦ ਕਰ ਸਕਦਾ। ਕਬੀਰ ਸਾਹਿਬ ਨੇ ਕਿਹਾ ਬ੍ਰਾਹਮਣ ਇੱਦਾਂ ਨਿੰਦਦਾ ਸੀ ਔਰ ਸ਼ੂਦਰ ਜਾਤੀਆਂ ਨੂੰ ਵੀ ਔਰ ਸਾਰਿਆਂ ਨੂੰ। ਕਬੀਰ ਸਾਹਿਬ ਕਹਿਣ ਲੱਗੇ ਬ੍ਰਾਹਮਣ ਜੇ ਤੂੰ ਬ੍ਰਹਮਣੀ ਜਾਇਆ, ਜੇ ਤੈਨੂੰ ਬ੍ਰਹਮਣੀ ਨਾ ਜਾਇਆ, ਤੂੰ ਮੈਨੂੰ ਇਹ ਦੱਸ ਤੂੰ ਆਨ ਵਾਟ ਕਾਹੋਂ ਨਹੀਂ ਆਇਆ? ਤੂੰ ਹੋਰ ਕੋਈ ਥਾਂ ਲੱਭ ਲੈਣਾ ਸੀ ਆਉਣ ਦਾ। ਜਿੱਥੋਂ ਮੈਂ ਨਿਕਲਿਆ ਮਾਂ ਦੇ ਪੇਟੋਂ, ਜਿਸ ਜਗ੍ਹਾ ਤੂੰ ਉੱਥੋਂ ਹੀ ਤੂੰ ਨਿਕਲਿਆ। ਤੂੰ ਕਿੱਦਾਂ ਵੱਡਾ ਹੋ ਗਿਆ ਬ੍ਰਾਹਮਣ, ਮੈਂ ਕਿੱਦਾਂ ਸ਼ੂਦਰ ਹੋ ਗਿਆ? ਬਾਣੀ ਹੈ ਸਾਡੀ, ਹੋਰ ਕੋਈ ਰਾਹ ਨਹੀਂ ਹੈ ਇਨਸਾਨੀਅਤ ਲਈ। ਇਸ ਕਰਕੇ ਇਸ ਰਾਹ ਇੰਨੀ ਇੱਜ਼ਤ ਮਾਣ ਦਿੱਤਾ ਮਹਾਰਾਜ ਨਾ। ਤੋਂ ਕਹਿੰਦੇ ਭੰਡੋਂ ਹੀ ਚੱਲੇ ਰਾਹੋ। ਆਓ ਸ਼ੁਰੂ ਤੋਂ ਫਿਰ ਸਲੋਕ ਲਈਏ। ਇਹ ਸੋਚਿਆ ਮੰਦਾ ਆਖੀਐ ਜਿਤ ਜਮ ਹੈ ਰਾਜਾ। ਪੰਡੇ ਜੰਮੀਐ ਪੰਡੇ ਨਿੰਮੀਐ ਪੰਡੇ ਮੰਗਣ ਵਿਆਹੋ। ਪੰਡੋਂ ਹੋਵੇ ਦੋਸਤੀ ਪੰਡੋਂ ਚੱਲੇ ਰਾਹੋ। ਫਿਰ ਕਹਿੰਦੇ ਇੱਕ ਭੰਡ ਤੇਰੀ ਮਰ ਜਾਨੀ ਹੈ, ਤੂੰ ਦੂਸਰਾ ਭਾਲਦਾ ਫਿਰਦਾ। ਮਰਦ ਦਾ ਇਸ਼ਾਰਾ ਹੈ। ਕਦੀ ਔਰਤ ਨੇ ਵੀ ਇੱਦਾਂ ਕੀਤਾ? ਬੰਦੇ ਦੀ ਇੱਕ ਭੰਡ ਮਰ ਜਾਏ ਇੱਕ ਸਾਰਾ, ਫਿਰ ਹੋਰ ਲੱਭਣ ਤੁਰ ਪੈਂਦਾ ਹੈ। ਅਤੇ ਜੇ ਔਰਤ ਕਿਤੇ ਲੱਭਣ ਤੁਰ ਪਏ ਤਾਂ ਉਹ ਮਹਾਂਕਲੱਖਣੀ, ਉਹ ਸਾਡੀ ਸੁਸਾਇਟੀ ਉਹਨੂੰ ਤਿਆਗ ਦੇਗੀ ਵੀ ਇਹ ਕਿਉਂ? ਉਹਦਾ ਹੱਕ ਨਹੀਂ ਹੈ। ਭੰਡ ਮੂਆ ਭੰਡ ਭਾਲ ਲਈਏ, ਇੱਕ ਵਾਰ ਮਰ ਜਾ ਤੂੰ ਫਿਰ ਦੂਸਰੀ ਭਾਲਣ ਤੁਰ ਪੈਣਾ। ਸਭ ਮਰਦ ਵਾਲੇ ਇਸ਼ਾਰੇ ਹੈ। ਤੇ ਸੋ ਕਿਉਂ ਮੰਦਾ ਆਖੀਐ ਜਿਤ ਜਮ ਹੈ ਰਾਜਾ। ਪੰਡ ਮੋਆ ਪੰਡ ਭਾਲੀਐ ਇਹ ਪੰਡ ਮੋਆ ਪੰਡ ਭਾਲੀਐ ਪੰਡੇ ਹੋਵੇ ਬੰਧਾਨ। ਪੰਡੇ ਉਸ ਔਰਤ ਨਾਲ ਹੀ ਤੂੰ ਸਾਰਾ ਤੇਰਾ ਬੰਧਨ ਹੈ।
ਭੰਡੇ ਹੋਵੇ ਬੰਧਨ। ਤੂੰ ਨਿਕਲ ਨਹੀਂ ਸਕਦਾ ਇਸ ਬੰਧਨ ਚੋਂ, ਤਾਂ ਕਿਹਾ ਭੰਡੇ ਹੋਵੇ ਬੰਧਨ। ਅਗਲਾ ਕਾਫੀਆ ਰਲੇਗਾ ਨਾਲ, ਇਹ ਬੰਧਾਨ ਚ ਤੂੰ ਉਹਨੂੰ ਭੈੜਾ ਨਾ ਸਮਝ ਸਕਿਆ। ਮੰਦਾ ਆਖੀਐ ਚਿਤ ਜਮ ਹੈ ਰਾਜਾ, ਮੰਨੂ ਕਿਉ ਮੰਦਾ ਆਖੀਐ ਚਿਤ ਜਮ ਹੈ ਰਾਜਾ। ਆਓ ਇਹ ਦੋ ਤੁਕਾਂ ਲਈਏ ਜਿੱਦਾਂ ਲਿਖੀਆਂ, ਪਹਿਲਾਂ ਬੰਧਾਨ ਹੈ ਫਿਰ ਰਾਜਾਨ ਹੈ। ਆਓ ਭੰਡ ਮੋਆ ਭੰਡ ਭਾਲੀਐ, ਭੰਡ ਮੋਆ ਭੰਡ ਭਾਲੀਐ। ਐਡੀ ਅਗਿਆਨਤਾ ਹੈ ਸਾਡੀ। ਅਸੀਂ ਇਹਦੇ ਤੇ ਇੱਕ ਪੂਰੀ ਫਿਲਮ ਬਣਾ ਚੁੱਕੇ ਹਾਂ TV ਦੀ, ਜਿਹੜੀ ਕਿ ਗਾਂ ਨਿਕਲਣ ਵਾਲੀ ਹੈ। ਉਹਦਾ ਡਾਇਰੈਕਟਰ ਡਾਇਰੈਕਟ ਕਰਨ ਵਾਲਾ ਸਾਨੂੰ ਕਹਿੰਦੇ ਜੀ, ਮੈਂ ਜਲੰਧਰ ਰੇਡੀਓ ਸਟੇਸ਼ਨ 'ਤੇ ਜਿਹੜੀ ਗੁਰਬਾਣੀ ਵਿਚਾਰ ਆਉਂਦੇ ਉਹ ਖਰੇ ਕਿੰਨੇ ਸਾਲ ਦਾ ਉਹਦੇ 'ਤੇ ਲੱਗਾ। ਸਾਰੇ ਬੜੇ ਬੜੇ ਲੋਕ ਮੈਨੂੰ ਕਹਿਣ ਲੱਗਾ, ਬਾਪੂ ਜੀ ਅਸੀਂ ਤੁਹਾਡੀ ਆ ਫਿਲਮ 'ਚ ਇਹਦੇ ਮੈਨੇ ਸਮਝੇ ਭੰਡ ਦੇ, ਭੰਡ ਕੀ ਹੈ। ਔਰ ਮੈਂ ਸੱਚ ਦੱਸਦਾ ਤੁਹਾਨੂੰ, ਮੈਨੂੰ ਸਾਰੀ ਉਮਰ ਨਹੀਂ ਪਤਾ ਸੀ ਵੀ ਭੰਡ ਦਾ ਮੈਨਾ ਕੀ ਹੈ। ਸੱਚਾਈ ਤਾਂ ਕਰਕੇ ਸਾਡੀ ਸਿੱਖੀ 'ਚ ਕੀ ਮਜਾਲ ਹੈ, ਕੋਈ ਬਾਬੇ ਤੋਂ ਉਲਟ ਚੱਲ ਜਾਏ, ਪਰ ਕੋਈ ਸਾਨੂੰ ਬਾਣੀ ਪੜ੍ਹਨ ਨੂੰ, ਪਾਠ ਕਰਨ ਨੂੰ, ਹੋਰ ਸਾਰੀ ਮੱਥਾ ਟੇਕਣ ਨੂੰ ਦਿੱਤੀ ਹੈ। ਜੇ ਕੋਈ ਰੌਲਾ, ਹੁਣ ਜੇ ਕੋਈ ਦੂਸਰਾ ਕਹਿ ਜਾਏ ਉਹਨੂੰ ਅਗਲੀ ਵਾਰੀ ਸਟੇਜ 'ਤੇ ਨਹੀਂ ਆਉਣ ਦੇਣਾ। ਸਾਨੂੰ ਸਤਿਗੁਰੂ ਦੀ ਓਟ ਹੈ, ਸਾਨੂੰ ਕੋਈ ਰੋਕ ਨਹੀਂ ਸਕਦਾ। ਇਸ ਕਰਕੇ ਸੱਚਾਈ ਕਹਿਣੀ ਪੈਣੀ ਆ, ਤਾਂ ਇਹ ਸਾਰੇ ਪਵਾੜੇ ਪੈ ਰਹੇ ਨੇ ਸਿੱਖੀ 'ਚ। ਸਿੱਖੀ 'ਚ ਗੱਲ ਗੁਰੂਆਂ ਵੇਲੇ ਨਹੀਂ ਸੀ, ਲੇਕਿਨ ਇਹ ਅਗਿਆਨਤਾ ਕਰਕੇ ਹੋਈ। ਐਡਾ ਵੱਡਾ ਬਾਬਾ ਨਾਨਕ ਜਿਹਨੇ ਇੰਨਾ ਗਿਆਨ ਦਿੱਤਾ, ਅਸੀਂ ਉਹਦਾ ਕਦੀ ਗਿਆਨ ਨਹੀਂ ਉਹਨੂੰ ਪੜ੍ਹਨ 'ਤੇ ਰੱਖਿਆ। ਇਸ ਕਰਕੇ ਮਹਾਰਾਜ ਕਹਿੰਦੇ ਕਿੱਡੀ ਵੱਡੀ ਅਵਗਿਆ ਹੋ ਰਹੀ ਹੈ। ਐਡੇ ਡੇਰਿਆਂ ਦੇ ਸਾਧੂ ਪੰਜਾਬ 'ਚ ਕੋਈ ਸ਼ਾਦੀ ਨਹੀਂ ਕਰਾਉਂਦਾ। ਉਹ ਮਹਾਰਾਜ ਜੀ ਕਹਿੰਦਾ ਭੰਡ ਮੰਗਣ ਵਿਆਹ, ਸਾਡਾ ਗ੍ਰਸਥ ਦਾ ਰਸਤਾ ਹੈ, ਤੁਸੀਂ ਕੋਈ ਵਿਆਹ ਨਹੀਂ ਕਰਾਉਂਦਾ। ਔਰ ਜੇ ਵਿਆਹ ਕਰਾਉਂਦੇ, ਪੱਗ ਜਿਹਨੂੰ ਬਣਾਉਂਦੇ ਆ ਸਾਰੇ ਡੇਰੇ ਵਾਲੇ, ਸੰਤ ਸਮਾਜ ਵਾਲੇ, ਉਹ ਕਹਿੰਦੇ ਤੂੰ ਬੀਬੀ ਦਾ ਸੰਗ ਨਹੀਂ ਕਰਨਾ ਹੁਣ। ਸਾਡੇ ਪਿੰਡਾਂ ਦਾ ਅੱਗੇ ਸਾਧੂ ਆ, ਸੱਚੀ ਗੱਲ ਕਹਾਂਗੇ, ਉਹ ਸਾਰਾ ਉਹ ਕਹਿਣ ਲੱਗ ਪਈ ਜਿਸ ਵੇਲੇ ਉਹਦੇ ਘਰ ਵਾਲੇ ਨੂੰ ਪੱਗ ਬਣਾਈ, ਸਾਰੇ ਬੜਾ ਤਗੜਾ ਡੇਰਾ, ਨਾਂ ਨਹੀਂ ਅਸੀਂ ਲੈਣਾ, ਸਾਰੇ ਚੰਗੇ ਨਾਮ ਜਪਣ ਵਾਲੇ। ਉਹ ਸਾਡੇ ਘਰੋਂ ਸਾਡੀ ਸਿੰਘੜੀ ਨੂੰ ਕਹਿਣ ਲੱਗੀ, ਜੀ ਬਾਬਾ ਜੀ ਹਾਲੀ ਆਏ ਨਹੀਂ। ਕਹਿੰਦੇ ਵੀ ਇਹ ਕਿਹੜਾ ਬਾਬਾ ਜੀ? ਉਹਦੇ ਘਰ ਵਾਲਾ ਉਹ ਬਸ ਸਾਡੇ ਨਾਲ, ਕਹਿੰਦੇ ਫੋਟੋ ਤੇਰੇ ਮਾਰ ਜਾਣ, ਤੇਰਾ ਬਾਬਾ ਕਦੋਂ ਤੂੰ ਹੋ ਗਿਆ? ਕਹਿੰਦੇ ਨਹੀਂ, ਜਦੋਂ ਪੱਗ ਬਣਾਈ ਸੀ ਅਤੇ ਅਸੀਂ ਉਹਨਾਂ ਦੇ ਕੋਲ ਨਹੀਂ ਜਾ ਸਕਦੇ। ਇਸ ਕਰਕੇ ਭੰਡ ਇਹ ਜਿਹੜੀ ਡੇਰਾਬਾਜ਼ੀ ਹੈ, ਸੰਤ ਸਮਾਜ ਹੈ, ਇਹ ਸਾਨੂੰ ਕੋਈ ਜਵਾਬ ਨਹੀਂ ਦੇ ਸਕਦਾ। ਸਾਰਿਆਂ ਗੁਰੂਆਂ ਦੀ ਸ਼ਾਦੀ ਹੋਏ, ਸਭ ਕੁਛ ਹੋਏ, ਔਰ ਇਹਨਾਂ ਦੇ ਇੱਕ ਰਿਵਾਜ ਹੈ ਵੀ ਉਹਦੇ ਪੱਗ ਹੀ ਉਹਦੇ ਬਣਾਉਂਦੇ ਆ ਜਿਹੜਾ ਕਿ ਬੀਬੀ ਦਾ ਤਿਆਗ ਕਰਦਾ ਹੈ। ਕਿੱਡਾ ਸਾਰੇ ਗੁਰੂਆਂ 'ਚ ਜਿੰਨੀ ਬਾਣੀ ਤੇ ਮਹਾਰਾਜ ਇਹਨਾਂ ਨੂੰ ਸਮੱਤ ਬਖਸ਼ੇ। ਅਸੀਂ ਇਹਨਾਂ ਦੀ ਇੱਜ਼ਤ ਕਰਦੇ ਹਾਂ ਵੀ ਨਾਮ ਜਪਦੇ ਹਾਂ, ਪਰ ਹਿੰਦੂ ਸਾਧੂ ਹੈ, ਸਿੱਖ ਸਾਧੂ ਨਹੀਂ ਹੋ ਸਕਦੇ। ਇਸ ਕਰਕੇ ਉਹ ਕਹਿੰਦੇ ਹੈ ਭੰਡ ਮੰਗਣ ਵਿਆਹੋ, ਆਹ ਲਾਈਨ ਕਿੱਦਾਂ ਪੂਰੀ ਕਰ ਲਓਗੇ? ਸੋ ਕਿਉ ਮੰਦਾ ਆਖੀਐ ਚਿਤ ਜਮ ਹੈ ਰਾਜਾ, ਸੋ ਕਿਉ ਮੰਦਾ ਆਖੀਐ ਚਿਤ ਜਮ ਹੈ ਰਾਜਾ। ਅਸੀਂ ਜਾਣ ਬੁੱਝ ਕੇ ਦੁਹਰਾ ਰਹੇ ਹਾਂ ਤਾਂ ਕਿ ਸਿਹਾਰੀਆਂ ਬੋਲਣੀਆਂ ਸਿੱਖੀਆਂ ਸੀ। ਭੰਡੇ ਜੰਮੀਐ ਭੰਡੇ ਨਿੰਮੀਐ, ਭੰਡੇ ਮੰਗਣ ਵਿਆਹੋ, ਭੰਡ ਹੋਵੇ ਦੋਸਤੀ, ਭੰਡੋਂ ਚੱਲੈ ਰਾਹੋ, ਭੰਡ ਮੋਆ
ਪੰਡ ਭਾਲੀਐ ਏ ਪੰਡੇ ਹੋਵੇ ਬੰਦਾ ਸੋ ਕਿਉ ਮੰਦਾ ਅਖੀਐ ਜਿਤ ਜਮ ਹੈ ਰਾਜਾਨ। ਪੰਡ ਹੀ ਪੰਡ ਨੂੰ ਜਨਮ ਦਿੰਦੀ ਆ ਔਰਤ ਹੀ ਔਰਤ ਨੂੰ ਜਨਮ ਦਿੰਦੀ ਤਾਂ ਇਹ ਰਾਹ ਤੁਰਦਾ ਹੈ। ਪੰਡੂ ਹੀ ਫਿਰ ਪੰਡ ਹੋ ਅੱਗੇ ਫਿਰ ਪੰਡ ਹੈ ਨਿਰਾ ਕਿੰਨਾ ਸਪੈਲਿੰਗਾਂ ਦੇ ਫਰਕ ਆ ਔਰ ਉਹ ਅਣਗਹਿਲੀ ਹੋ ਰਹੀ ਹੈ ਕੌਮ 'ਚ ਜਿਹਦਾ ਕੋਈ ਹਿਸਾਬ ਨਹੀਂ ਹੈ। ਪੰਡੋ ਹੀ ਪੰਡ ਉਪਜੈ ਪੰਡੋ ਹੀ ਪੰਡ ਉਪਜੈ ਪੰਡ ਬਾਜ ਨਾ ਕੋਏ ਏ ਪੰਡ ਬਾਜ ਨਾ ਕੋਏ। ਇੱਕ ਬਾਰ ਹੈ ਉਹ ਹੈ ਨਾਨਕ ਪੰਡੈ ਬਾਹਰਾ ਨਾਨਕ ਪੰਡੈ ਬਾਹਰਾ ਏਕੋ ਸੱਚਾ ਸੋਇ। ਇੱਕੋ ਹੀ ਹੈ ਇਹ ਨਾ ਤਸਮਾਈ ਬਾਪ ਨਾ ਤੇ ਸਮਾਈ ਬਾਪ ਨਾ ਤੇ ਸਮਾਈ ਬਾਪ। ਔਰ ਰੱਬ ਦਾ ਕੋਈ ਮਾਂ ਬਾਪ ਨਹੀਂ ਹੈ। ਅੱਗੇ ਕਵਾਲ ਦੀ ਤੁਕ ਹੈ ਨਾ ਤੇ ਸਮਾਈ ਬਾਪ ਨਾ ਤੇ ਸਮਾਈ ਬਾਪ ਕਿਨ ਤੂੰ ਜਾਇਆ ਕਿਨ ਤੂੰ ਜਾਇਆ ਨਾ ਤੇ ਸਮਾਈ ਬਾਪ ਨਾ ਤੇ ਸਮਾਈ ਬਾਪ ਕਿਨ ਤੂੰ ਜਾਇਆ ਕਿਨ ਤੂੰ ਜਾਇਆ ਓਏ ਨਾ ਤੇ ਭੁੱਖ ਪਿਆਸ ਉਹਦੇ ਬਹਾਨੇ ਖਰੇ ਕਿੰਨੇ ਕੁ ਭੋਜਨ ਕਿੰਨੇ ਪ੍ਰਸ਼ਾਦ ਮਾਰ ਲਵਾਈ ਜਾਂਦੇ ਉਹ ਆਪ ਹੀ ਖਾ ਜਾਂਦੇ ਸਭ ਕੁਝ ਸਾਰਾ ਕੁਝ ਭੋਗ ਉਹਨੂੰ ਲਵਾਉਂਦੇ ਆ। ਮਹਾਰਾਜ ਦੀ ਬਾਣੀ ਕਹਿੰਦੀ ਹੈ ਇਹ ਨਾ ਤਿਸ ਭੁੱਖ ਪਿਆਸ ਨਾ ਤਿਸ ਭੁੱਖ ਪਿਆਸ ਇਹ ਰੱਜਾ ਤਾਇਆ ਇਹ ਰੱਜਾ ਤਾਇਆ ਨਾ ਤਿਸ ਮਾਈ ਬਾਪ ਨਾ ਤਿਸ ਮਾਈ ਇਹ ਕਿੰਨੇ ਤੂੰ ਜਾਇਆ ਕਿੰਨੇ ਤੂੰ ਜਾਇਆ। ਉਹ ਕੌਣ ਹੈ ਨਾਨਕ ਪੰਡੈ ਬਾਹਿਰਾ ਨਾਨਕ ਪੰਡੈ ਬਾਹਿਰਾ ਏਕੋ ਸੱਚਾ ਜਿਹੜਾ ਵੀ ਮੂੰਹ ਜਪ ਗਿਆ ਭਾਵੇਂ ਔਰਤ ਦਾ ਭਾਵੇਂ ਮਰਦ ਦਾ ਜਿਹੜਾ ਇਸ ਨੂੰ ਜਪ ਗਿਆ ਜਿਤ ਮੁਖੇ ਸਦਾ ਸਲਾਈਐ ਜਿਤ ਮੁਖੇ ਸਦਾ ਸਲਾਈਐ ਭਾਗਾਂ ਰਤੀ ਚਾਰੇ ਨਾਨਕ ਤੇ ਮੁਖ ਉਜਲੇ ਤੇਤ ਸੱਚੈ ਦਰਬਾਰ। ਭਾਵੇਂ ਉਹ ਮਰਦ ਦਾ ਮੂੰਹ ਹੈ ਭਾਵੇਂ ਬੀਬੀ ਦਾ ਸਾਰਾ ਜਿਹੜਾ ਮੂੰਹ ਨਾਮ ਜਪਦਾ ਹੈ ਉਹ ਅੱਗੇ ਜਾ ਕੇ ਸੁਰਖਰੂ ਹੈ। ਇਸ ਕਰਕੇ ਜੇ ਬੀਬੀ ਜਪ ਗਈ ਉਹਦਾ ਸੁਰਖਰੂ ਹੈ ਸਾਰਾ। ਉੱਥੇ ਕੋਈ ਕੱਲੇ ਕੱਲੇ ਨੇ ਜਾਣਾ ਨਾਲ ਜੋੜੀ ਨਹੀਂ ਜਾਣੀ ਕੋਈ ਪਤਾ ਨਹੀਂ ਉੱਥੇ ਸਭ ਕੱਲਾ ਹੀ ਲੇਖਾ ਦੇਣਾ ਪੈਂਦਾ। ਕੱਲਾ ਜਿਹਦਾ ਮੁਖ ਨਾਮ ਜਪ ਗਿਆ ਉਹ ਤਰ ਗਿਆ। ਨਾਨਕ ਤੇ ਮੁਖ ਉਜਲੇ ਤੇਤ ਸੱਚੈ ਦਰਬਾਰੇ ਨਾਨਕ ਤੇ ਮੁਖ ਉਜਲੇ ਤੇਤ ਸੱਚੈ ਅਸੀਂ
ये आशा दी वार दी सलोक ते पौड़ियाँ लै रहे हैं और गुरु माबे नानक दे सलोक है सारे। आओ पहले सलोक दे भी दर्शन कर रहीए। और सलोक महला पहला पन्ना है 473 473। हो पहला सोचा आपे हो। ब्राह्मण पे आई चोट, पहले तू आप सोचा हो के फिर चमका सच्चा सब कुछ करके आप आ रहा पहला ज्ञान इथों। पहला सोचा आपे कहो बगैर साड़ी सिੱਖੀ 'ਚ ਇੰਨਾ ਸੋਚ ਤੇ ਮਾਰ ਇਹ ਚੀਜ਼ਾਂ ਵੜ ਗਈਆਂ। ਕੋਈ ਕੰਮ ਸੁੱਚੇ ਹੋਣ ਤੋਂ ਬਗੈਰ ਨਹੀਂ ਕਰਦੇ, ਹੱਥ ਧੋਣ ਤੋਂ ਬਗੈਰ ਨਹੀਂ ਕਰਦੇ। ਕੋਈ ਸਾਰਾ ਆਪ ਦੇਖ ਸਕਦੇ ਹੋ ਤੁਸੀਂ। ਉਹ ਬ੍ਰਹਮਣ ਜਿਹੜੇ ਬ੍ਰਾਹਮਣਾਂ ਜਾਂ ਹਿੰਦੂਆਂ ਦੇ ਅਗੇਂਸਟ ਹੈ, ਉਹ ਪੱਕੇ ਕੱਟੜ ਹਿੰਦੂ ਬਣੇ ਪਏ ਹੈ। ਔਰ ਉਹ ਬਾਬਾ ਨਾਨਕ ਕੱਟ ਰਿਹਾ ਇੱਥੇ ਇਹਨਾਂ ਇਹ ਸੁੱਚਪਣੇ ਨੂੰ। ਇਸ ਕਰਕੇ ਕਹਿੰਦੇ ਹੈ ਉਹ ਪਹਿਲਾ ਸੋਚਾ ਆਪੇ ਬਾਹਰੋਂ ਸੁੱਚਾ ਹੋਣਾ, ਅੰਦਰ ਆਣ ਕੇ ਸੱਟ ਮਾਰਨਗੇ ਵੀ ਤੇਰੇ ਅੰਦਰ ਤੇ ਗੰਦ ਭਰੇ ਆ, ਤੂੰ ਬਾਹਰ ਕੀ ਸੁੱਚਾ ਹੁੰਦਾ ਫਿਰਦਾ। ਕਹਿੰਦਾ ਪਹਿਲਾਂ ਨਹਾ ਕੇ ਤੂੰ ਆਪ ਸੁੱਚਾ ਹੋ ਕੇ ਫਿਰ ਸੱਚੇ ਚੌਂਕੇ ਜਾਣ ਕੇ ਬੈਠਦਾ ਤੂੰ, ਤਾਂ ਜਾ ਕੇ ਬਾਕੀ ਕੰਮ ਕਰਦਾ। ਪਹਿਲਾ ਸੁੱਚਾ ਆਪੇ ਹੋਏ ਸੁੱਚਾ ਬੈਠਾ ਸੁੱਚਾ ਦਾ ਮਤਲਬ ਹੈ ਸੁੱਚੇ ਚੌਂਕਾ ਪਹਿਲਾਂ ਸਾਫ਼ ਹੁੰਦਾ ਸੀ ਸਾਰਾ। ਪਹਿਲਾਂ ਸਾਡੇ ਵੀ ਇੰਨੀ ਸੋਚ ਮੰਨੀ ਗਈ, ਉਹ ਮੰਨਿਆ ਦੇਖ ਜਾ ਰਹੀ ਹੈ ਠੀਕ ਹੈ, ਉਹਦੇ ਮੋਹਰੇ ਪਾਣੀ ਛਣਕਣਾ ਸ਼ੁਰੂ ਕਰ ਦਿੰਦੇ। ਹੋਰ ਵੀ ਕੋਈ ਕੰਮ ਹੱਥ ਧੋਣ ਤੋਂ ਬਗੈਰ ਨਹੀਂ। ਮਾੜਾ ਉਹ ਜੇ ਪੂਰੇ ਹਾਈਜੀਨਿਕਲੀ ਤੇ ਤੁਸੀਂ ਜਿਹੜਾ ਹੈ ਮੈਡੀਕਲੀ ਤੇ ਧੋ ਲਓ ਔਰ ਸਾਰਾ ਹੈ ਉਹ ਮਾੜਾ ਜਿਹਾ ਪਾਣੀ ਲਾ ਕੇ ਬਸ ਸੁੱਚੇ ਹੱਥ ਕਰਕੇ ਜੀ ਸਾਰਾ ਕੁਛ। ਮਤਲਬ ਇਹ ਐਸੀਆਂ ਸਾਡੇ 'ਚ ਬ੍ਰਾਹਮਣਵਾਦ ਰੀਤਾਂ ਬਣੀਆਂ। ਸਾਡਾ ਜਿੱਦਾਂ ਖੇਸ ਦੇ ਤੰਦ ਹੁੰਦੇ ਨਾ, ਸਾਡੇ ਸਿੱਖੀ ਤੇ ਤੰਦ 'ਚ ਬ੍ਰਾਹਮਣਿਜ਼ਮ ਬਣੀ ਹੈ। ਅਸੀਂ ਉਹ ਕੱਟਣਾ ਰੱਜ ਕੇ ਵੀ ਇਹ ਬ੍ਰਾਹਮਣਵਾਦ ਖਤਮ ਕਰੋ। ਸੁੱਚਾ ਬਾਹਰ ਕਹੇਗਾ ਕੌਣ ਸੁੱਚਾ ਹੈ? ਪਹਿਲਾ ਸੁੱਚਾ ਆਪੇ। ਇਹ ਬਾਹਮਣ ਏਦਾਂ ਕਰਦਾ ਸੀ, ਉਹਦਾ ਨਕਸ਼ਾ ਖਿੱਚ ਕੇ ਅਖੀਰ ਤੇ ਆਣ ਕੇ ਫਿਰ ਐਸੀ ਸੱਟ ਮਾਰਨਗੇ। ਪਹਿਲਾ ਸੁੱਚਾ ਆਪੇ ਹੋਏ ਬੈਠਾ ਆਏ ਫਿਰ ਸੁੱਚੇ ਅੱਗੇ ਰੱਖਿਓ। ਫਿਰ ਪ੍ਰਸ਼ਾਦ ਲਿਆ ਕੇ ਆਪਣੇ ਅੱਗੇ ਰੱਖ ਦਿੰਦਾ ਵਿਚਾਰਾ ਆਣ ਕੇ ਪਰੋਸਣ ਵਾਲਾ। ਬਾਹਮਣ ਬੈਠਾ ਸਾਰਾ ਕਹਿੰਦਾ ਕੋਈ ਪਿੱਟਿਓ ਨਾ ਇਹਨੂੰ, ਉਹਨੂੰ ਕੋਈ ਹੱਥ ਨਹੀਂ ਸੀ ਲਾ ਸਕਦਾ। ਸਾਡੇ ਇੰਨੀ ਬ੍ਰਾਹਮਣਵਾਦ ਤੁਰ ਗਈ ਹੈ, ਅਸੀਂ ਕਹਿਣਾ ਰੋਕ ਨਹੀਂ ਸਕਦੇ, ਸਾਨੂੰ ਕੋਈ ਰੋਕ ਨਹੀਂ ਸਕਦਾ। ਜੇ ਦੇਗ ਨੂੰ ਹੱਥ ਲੱਗ ਜੇ ਬੇਅਮਰਤੀ ਇਹਦਾ ਦੇਗ ਹੀ ਸੁੱਟ ਦਿੰਦੇ ਹੈ। ਆਹ ਚੀਜ਼ਾਂ ਹੋ ਰਹੀਆਂ ਲੇਕਿਨ ਅਗਿਆਨਤਾ 'ਚ ਸਤਿਕਾਰ ਪਿਆਰ 'ਚ ਕਰ ਰਹੇ ਨੇ, ਲੇਕਿਨ ਆਪਣੀ ਬਾਣੀ ਸਾਂਭੋ। ਬਾਬਾ ਨਾਨਕ ਕੀ ਕਹਿ ਰਿਹਾ? ਜੇ ਇਹਨੂੰ ਪੜ੍ਹੀ ਗਏ ਨਾ ਇਹਨੂੰ ਸਮਝਿਆ ਕਦੀ ਨਹੀਂ ਇਸ ਚੀਜ਼ਾਂ ਤੋਂ ਹਟੋਗੇ। ਉਹ ਪਹਿਲਾ ਸੁੱਚਾ ਸਾਡੇ ਕੋਈ ਕੰਮ ਕੋਈ ਪਾਠ ਨਹੀਂ, ਕੋਈ ਕਿਸੇ ਰੋਡ 'ਤੇ ਨਹੀਂ ਬੈਠ ਸਕਦਾ, ਕੋਈ ਜਨ 'ਚ ਕਰੋ ਨਹਾ ਕੇ ਨਾ ਆਵੇ। ਬਾਬਾ ਕੱਟੇਗਾ ਇਹਨਾਂ ਚੀਜ਼ਾਂ ਨੂੰ। ਪਹਿਲਾ ਸੁੱਚਾ ਆਪੇ ਇੰਨਾ ਸੁੱਚਪਣਾ ਵੀ ਇੱਕ ਐਸਾ ਜਥਾ ਨਾਂ ਨਹੀਂ ਲੈਣਾ, ਕਿਉਂਕਿ ਉਹਨਾਂ ਨੇ ਕੰਮ ਬਾਸਣਾ ਕੀਤਾ ਸਾਰਾ, ਬਾਣੀ ਦੀ ਸੇਵਾ ਸਭ ਕੁਛ। ਉਹ ਜਿਸ ਪਿੰਡ ਉੱਤਰ ਪੈਣਗੇ, ਸਾਡੇ ਪਿੰਡਾਂ 'ਚ ਉਤਰਦੇ ਸੀ ਉਹ ਨਲਕੇ ਜਿਹੜੇ ਹੱਥ ਨਾਲ ਗੇੜੇ ਨਾਲੇ ਹੈਂਡ ਪੰਪ ਹੁੰਦੇ ਸੀ, ਉਹਦੀ ਗਾਂਹ ਟੁੱਟੀ ਹੁੰਦੀ ਸੀ। ਉਹ ਉਤਰੇ ਸਾਡੇ ਬਾਗ 'ਚ ਸਾਰੇ, ਜਿਹੜਾ ਆਵੇ ਉਹ ਪਾਣੀ ਜੇ ਪੀਣਾ ਮਾੜਾ ਜਿਹਾ ਉਹ ਰੇਤ ਲੈ ਕੇ ਉਹ ਨਲਕੇ ਦੀ ਸਾਰੀ ਉਹ ਮਾਂਜ ਜਦੋਂ ਉਹ ਗਏ ਉਹ ਚਾਂਦੀ ਰਗਾ ਨਲਕਾ ਕਰ ਦਿੱਤਾ। ਜਿਹੜਾ ਆਵੇ ਮਾਂਜ ਕੇ। ਮੈਂ ਕਿਹਾ ਓਏ ਇੰਨਾ ਇਹਨੂੰ ਮਾਂਜਣ ਦੀ ਕੀ ਲੋੜ ਆ? ਕਹਿੰਦੇ ਇਹ ਤਾਂ ਸ਼ੁਕਰ ਕਰੋ ਤੁਹਾਡੀ ਬੋਕੀ ਨਹੀਂ ਬਦਲ ਦਿੱਤੀ ਉਹਨਾਂ ਨਾ ਕੰਮ। ਜਿਹੜਾ ਆਵੇ ਸੋਚ ਕਰਕੇ ਦੂਸਰਾ ਰੇਤ ਲੈ ਮਾਰ ਉਹਨੂੰ ਐ ਉਹ ਦੇਖਿਆ ਠੀ ਚਾਂਦੀ ਵਰਗੀ ਹੈ ਜਿਵੇਂ। ਪਹਿਲਾਂ ਉਹ ਸੋਚੀ ਕਰਦੇ ਸੀ। ਪਹਿਲਾਂ ਸੁੱਚਾ ਆਪੇ
ਗਿਆਨ ਜਿਹੜੇ ਸੱਚੇ ਉੱਥੇ ਇੱਕ ਨਾਮ ਦੇ ਗਏ ਮਹਾਰਾਜ ਸੁੱਚਾ ਨਹੀਂ ਦੇ ਗਏ ਇਹ ਸੁੱਚੇ ਅੱਗੇ ਰੱਖਿਓ ਨਾ। ਉਹ ਮਤਲਬ ਨਾ ਸਮਝੇ ਹੁਣ ਜੇ ਰਾਮ ਨਾ ਪੜੋ ਤੇ ਜੇ ਇਹਦੀ ਕੁਰਲੀ ਕਰਕੇ ਸ਼ਲੋਕ ਦੀ ਸੁੱਟ ਦਿੱਤੀ ਸਾਰੀ। ਨਹੀਂ, ਹਰ ਇੱਕ ਦੀ ਡਿਊਟੀ ਹੈ। ਜਿਹੜਾ ਚੜਾਵਾ ਲੈਂਦਾ ਹੈ ਉਹਦਾ ਫਰਜ਼ ਹੈ ਕੀਰਤੀਆਂ ਦਾ ਚੜਾਵਾ ਲੈਣਾ। ਇੰਨਾ ਫਿਰ ਤੂੰ ਪਾਲਣਾ ਆਪਣੇ ਟੱਬਰ, ਤੇਰਾ ਫਰਜ਼ ਹੈ। ਗਿਆਨ ਨੂੰ ਟਾਈਮ ਦੇ। ਅੱਜ ਕੱਲ੍ਹ ਸਾਰੀ ਚੀਜ਼ ਟੀਕਿਆਂ ਪੜ੍ਹ ਸਕਦੇ ਹੋ ਤੁਸੀਂ, ਪਰ ਮਿਹਨਤ ਨਹੀਂ ਕਰਦੇ। ਇੱਕੋ ਸ਼ਬਦ ਦੀ ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰੂ ਨਜ਼ਰ ਕਰੇ ਅਗਲੀ ਤੁਕ ਸੁਣਾਉਣੀ ਨਹੀਂ। ਨਿਮਖ ਏਕ ਹਰ ਨਾਮ ਦੇ, ਉਹ ਨਹੀਂ ਸੁਣਾਉਣੀ। ਇਸ ਕਰਕੇ ਆਹ ਚੀਜ਼ ਹੋ ਰਹੀ ਹੈ। ਮਹਾਰਾਜ ਦਾ ਸ਼ਲੋਕ ਅਸੀਂ ਸ਼ੁਰੂ ਕਰਾਂਗੇ। ਪਹਿਲਾ ਕੋਈ ਬਗੈਰ ਨਹਾਉਣ ਤੋਂ ਸੋਚੇ ਹੁਣ ਤੂੰ ਕੰਮ ਨਹੀਂ ਕਰਦਾ। ਕੋਈ ਝੂਠ ਨਹੀਂ ਲੱਗਦੀ ਕਿਸੇ ਚੀਜ਼ ਨੂੰ ਨਹੀਂ। ਆਪ ਅਸੀਂ ਸਭ ਕੁਛ ਬਣਾਏ ਆ। ਪਹਿਲਾ ਸੁੱਚਾ ਆਪੇ ਹੋਏ। ਇਹ ਸਾਰੀ ਸਿੱਖੀ ਤੇ ਵਰਦੀ ਹੈ। ਸੁੱਚਾ ਬੈਠਾ ਆਏ। ਆ ਬਾਬਾ ਨਾਨਕ ਬੋਲ ਰਿਹਾ ਹੈ ਸੁੱਚੇ ਅੱਗੇ ਰੱਖਿਓ ਨਾ। ਕੋਈ ਨਾ ਪਿੱਟਿਓ ਜਾਏ। ਹੈਰਾਨ ਸਾਰਾ ਦੇਖ ਲਿਆ ਵੀ ਇਸਕਾ ਕੋਈ ਸੋਚਾ, ਫਿਰ ਉਹ ਸਾਰਾ ਖਾਣਾ ਖਾ ਜਾਂਦਾ ਸੀ। ਸੁੱਚਾ ਹੋਏ ਕੈ ਜੇਵਿਆ, ਕਹਿੰਦੇ ਖਾਣਾ ਖਾਦਾ ਸਾਰਾ ਖਾਣਾ। ਸੁੱਚਾ ਹੋਏ ਕੈ ਜੇਵਿਆ। ਉਹ ਫਿਰ ਬਾਅਦ ਸ਼ਲੋਕ ਪੜ੍ਹਦਾ ਸੀ, ਅਰਦਾਸ ਕਰਦੇ ਹੈ ਬਾਅਦ ਸਾਰਾ ਦਾਣਾ ਪਾਣੀ ਗੁਰੂ ਕਾ ਟਹਿਲ ਸੇਵਾ ਸਿੱਖਾਂ ਕੀ ਥਾ ਮਤੇ ਜਿਸ ਭੰਡਾਰੇ ਪ੍ਰਸ਼ਾਦ ਆਇਆ ਸਾਰਾ। ਬਾਅਦ ਅਸੀਂ ਕਹਿੰਦੇ ਕਰੋ ਸਭ ਕੁਝ ਠੀਕ ਹੈ, ਪਰ ਤੁਸੀਂ ਦੇਖ ਤਾਂ ਲਓ ਵੀ ਇਹ ਸ਼ਲੋਕ ਕਿਹਨਾਂ ਦੇ ਅਗੇਂਸਟ ਲਿਖੇ ਆ। ਪਹਿਲਾ ਸੁੱਚਾ ਆਪੇ ਹੋਏ। ਸੁੱਚੇ ਬੈਠਾ ਆਏ। ਇਹ ਸੁੱਚੇ ਅੱਗੇ ਰੱਖਿਓ ਨਾ। ਇਹ ਕੋਈ ਨਾ ਪਿੱਟਿਓ ਜਾਏ। ਇਹ ਸੁੱਚਾ ਹੋਏ ਕੈ ਸ਼ਲੋਕ ਅੱਗੇ ਆਏਗਾ। ਬਾਹਮਣ ਦਾ ਜਿਹੜਾ ਪੜ੍ਹਦਾ ਸੀ ਅੱਜ ਸਮਝਾਵਾਂਗੇ। ਜਦੋਂ ਹੁਣ ਪਾਠ ਜਾਂ ਆਸਾ ਦੀ ਵਾਰ ਸੁਣੋਗੇ ਚੰਗਿਆੜੇ ਤੁਹਾਡੇ ਨਿਕਲਣਗੇ। ਇਸ ਕਰਕੇ ਕੋ ਹੱਥੀ ਜਾਏ ਜਾਈ ਸੱਟੇ। ਕਹਿੰਦੇ ਤੂੰ ਤੇ ਐਸੀ ਥਾਂ 'ਚ ਪਾਇਆ ਜਿਹੜੀ ਉਹਦੇ ਲਾਇਕ ਹੀ ਹੈ ਨਹੀਂ ਸੀ ਅੰਦਰ। ਉਹ ਫਿਰ ਸਾਰੀ ਖਾ ਖੂ ਕੇ ਜਾਂਦਾ ਤੂੰ ਕਹਾ ਬਾਬਾ ਨੇ ਕਹਿੰਦਾ ਤੂੰ ਤੇ ਕੋਥੇ ਥਾਂ ਸਭ ਸਿੱਟਿਆ ਸਾਰਾ। ਤੂੰ ਤੇ ਭੋਜਨ ਖਰੇ ਕਿੰਨੇ ਰੁਪਏ ਕੁਇੰਟਲ ਹੈ ਕਣਕ ਅੱਜ ਕੱਲ੍ਹ। ਹਾਂ ਨਹੀਂ ਤੂੰ ਸਵਾਹ ਕਰ ਸਿੱਟੀ ਸਾਰੀ ਖਾ ਕੇ, ਬਾਕੀ ਦੀ ਸਵੇਰੇ ਕਰ ਦੇਣੀ ਤੂੰ ਬਾਹਰ ਜਾ ਕੇ। ਮਤਲਬ ਤੂੰ ਖਾ ਕੋਥੀ ਮਾਰ ਕਹਿੰਦਾ ਥਾਂ ਪਾ ਲਿਆ ਤੂੰ। ਬਾਬੇ ਦਾ ਗਿਆਨ ਦੇਖਿਓ। ਕੋ ਹੱਥੀ ਜਾਈ ਜਾਈ ਸੱਟੇ। ਖੁਦ ਪੜੋ ਕੋ ਹੱਥੀ ਜਾਈ ਸੱਟੇ। ਕਹਿੰਦੇ ਕਿਸੇ ਦਾ ਫਾਇਦਾ ਤੇ ਕਿਸੇ ਨੂੰ ਹੋਇਆ ਨਹੀਂ। ਕਿਸ ਇਹ ਲੱਗਾ ਦੋਸ, ਇਹਦਾ ਕੌਣ ਗੁਨਾਹਗਾਰ ਹੈ? ਤੂੰ ਫੜਿਆ ਜਾਏਗਾ ਅਗਲੀ ਦਰਗਾਹ 'ਚ। ਕਿਸ ਇਹ ਲੱਗਾ ਦੋਸ। ਉਹ ਪੜ੍ਹਦਾ ਸੀ ਪਹਿਲਾਂ, ਮੈਨੇ ਸਮਝਾ ਦਈਏ ਫਿਰ ਅਸੀਂ ਗਾਉਂਦੇ ਹਾਂ। ਅੰਨ ਦੇਵਤਾ ਆਹ ਸ਼ਲੋਕ ਪੜ੍ਹਦਾ ਸੀ। ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਘੇਰ ਤੇ। ਸੁੱਕੀ ਰੋਟੀ ਨਹੀਂ ਸੀ ਖਾਂਦਾ ਬਾਹਮਣ। ਜੱਟ ਦੇ ਨਿਆਣੇ ਭਾਵੇਂ ਭੁੱਖੇ ਹੋਣ ਕੁਛ ਹੋਣ, ਘਿਓ ਬਾਹਮਣ ਲਈ ਜ਼ਰੂਰ ਚਾਹੀਦਾ। ਘੇਰਤ ਕਹਿੰਦੇ ਆ ਘਿਓ ਨੂੰ। ਪੰਜਵਾਂ ਪਾਇਆ ਘੇਰਤ। ਅੰਨ ਦੇਵਤਾ, ਅੰਨ ਵੀ ਇਹਦਾ ਦੇਵਤਾ ਹੈ। ਕਿਸੇ ਰੱਬ ਨੂੰ ਨਹੀਂ ਯਾਦ ਕੀਤਾ ਇਹਨੇ, ਨਾਮ ਨਹੀਂ ਲਿਆ ਪਰਮੇਸ਼ਰ ਦਾ, ਤਾਂ ਮਹਾਰਾਜ ਨੇ ਸ਼ਲੋਕ ਦਿੱਤਾ। ਦੇਵਤਿਆਂ ਦਾ ਪੁਜਾਰੀ ਸੀ। ਅੰਨ ਦੇਵਤਾ, ਪਾਣੀ ਦੇਵਤਾ, ਅੱਗ ਦੇਵਤਾ। ਬਸੰਤਰ ਕਹਿੰਦੇ ਅੱਗ ਨੂੰ। ਅੱਗ ਦੇਵਤਾ, ਬਸੰਤਰ ਦੇਵਤਾ। ਔਰ ਉਹ ਲੂਣ ਵੀ ਦੇਵਤਾ ਇਹਨੇ ਰੱਖਿਆ ਸੀ। ਲੂਣ ਮਹਿੰਗਾ ਮਿਲਦਾ ਸੀ, ਗਰੀਬ ਲੂਣ ਖਰੀਦ ਨਹੀਂ ਸੀ ਸਕਦਾ, ਇੰਨਾ ਮਹਿੰਗਾ ਸੀ। ਕਿਉਂਕਿ ਹਾਲੀ ਸਮੁੰਦਰ ਦਾ ਲੂਣ ਆਇਆ ਨਹੀਂ ਸੀ ਇੰਡੀਆ 'ਚ।
ਪਾਕਿਸਤਾਨ 'ਚ ਖੇੜੇ ਦੀ ਕਾਨ ਹੁੰਦੀ ਸੀ, ਉੱਥੋਂ ਲੂਣ ਨਿਕਲਦਾ ਸੀ। ਲੂਣ ਮਹਿੰਗਾ ਹੁੰਦਾ ਸੀ, ਇਸ ਕਰਕੇ ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਘਿਓ ਘੇਰਤ, ਅਤੇ ਕਹਿੰਦਾ ਹੁਣ ਪਾਕ ਹੋ ਗਿਆ ਮੇਰਾ ਸਾਰਾ ਕੁਝ। ਸਾਰਾ ਕੁਝ ਜਦੋਂ ਇਹ ਸਮਾਨ ਪੂਰਾ ਹੋ ਜਾਂਦਾ ਸੀ, ਫਿਰ ਕਹਿੰਦਾ ਹੋਆ ਪਾਕ ਪਵਿੱਤ। ਮਹਾਰਾਜ ਕਹਿੰਦੇ ਤੇਰਾ ਅੰਦਰ ਤੇ ਤਨ ਪਾਪਾ ਨਾਲ ਗੱਡਿਆ ਪਿਆ। ਕਹਿੰਦੇ ਨਾ ਫਲਾਨਾ ਯਾਰ ਤੇ ਗੱਡ ਸਿੱਟਿਆ ਫੜ ਕੇ ਕੰਮ, ਆਹ ਮਾਰੇ ਦੇ ਪਾਪ ਤੇਰੇ ਅੰਦਰ ਤੇ ਪਾਪ ਹੀ ਪਾਪਿਆਂ ਨਾਲ ਤੂੰ ਭਰਿਆ ਪਿਆ ਅੰਦਰ। ਤਾਂ ਮਹਾਰਾਜ ਦਾ ਆਵੇ ਅੱਗੇ ਕੈਸੀ ਵੱਡੀ ਫਿਟਕ ਪਾਉਂਦੇ ਹੈ। ਪਹਿਲਾਂ ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ ਲੂਣ, ਇਹ ਪੰਜਵਾਂ ਪਾਇਆ ਘੇਰਤ, ਤਾਂ ਹੋਆ ਪਾਕ ਪਵਿੱਤ। ਆਇਆ ਬਾਬੇ ਦਾ ਗਿਆਨ ਹੁਣ। ਪਾਪੀ ਸਿਉ ਤਨ ਗੱਡਿਆ। ਉਹ ਤੂੰ ਤਾਂ ਸਾਰਾ ਖਾਣਾ ਕੀ ਖਾਂਦਾ, ਤੂੰ ਤੇ ਸਲਾਈਵਾ ਹੀ ਅੰਦਰ ਲੰਘਾਇਆ, ਥੁੱਕਾਂ ਹੀ ਅੰਦਰ ਲੰਘਾਈਆਂ। ਅੱਗੇ ਆਏਗਾ ਜਿਸ ਮੂੰਹ ਦੇ ਨਾਲ ਅਸੀਂ ਰੋਟੀ ਖਾਂਦੇ ਹਾਂ, ਜੇ ਨਾਮ ਨਹੀਂ ਜਪਦੇ ਤੂੰ ਐਵੇਂ ਸਲਾਈਵਾ ਸਭ ਪਾਪ। ਜਿਤ ਮੁਖ ਸਦਾ ਸਲਾਹ ਹੀ ਹੈ। ਅੱਗੇ ਆਏਗਾ ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿੱਤ। ਪਾਪੀ ਸਿਉ ਤਨ ਗੱਡਿਆ, ਇਹ ਥੁੱਕਾਂ ਪਈਆਂ ਤਿੱਤ। ਇਹ ਜਿਤ ਮੁਖੇ ਨਾਮ ਨਾ ਓਏ ਵਾਹਿਗੁਰੂ ਵਾਹਿਗੁਰੂ ਕਰਕੇ ਖਾ, ਹਰ ਵੇਲੇ ਨਾਮ ਨਾ ਖਾ। ਜਿਤ ਮੁਖੇ ਨਾਮ ਨਾ ਉਚਰੈ, ਇਹ ਬਿਨ ਨਾਮੈ ਰਸ ਖਾਹੇ। ਨਾਨਕ ਏਵੈ ਜਾਣੀਐ, ਜਿਤ ਮੁਖੇ ਥੁੱਕਾਂ ਪਾਹੇ। ਇਸ ਕਰਕੇ ਰੋਟੀ ਖਾਣ ਤੋਂ ਬਾਅਦ ਰੋਟੀ ਵੇਲੇ ਪਹਿਲਾਂ ਵੀ ਸਾਰੇ ਉਹਨਾਂ ਦੇਸ਼ਾਂ 'ਚ ਦੇਖੋ ਸਾਰੇ ਬੱਚੇ ਅੰਗਰੇਜ਼ ਬੈਠ ਜਾਂਦੇ ਡਾਈਨਿੰਗ ਟੇਬਲ 'ਤੇ, ਰੱਬ ਦਾ ਸ਼ੁਕਰ ਕਰਦੇ। ਪਹਿਲਾਂ ਕੋਈ ਕਰਦੇ ਸਾਡੇ ਮੌਰ ਸਭ ਕੁਝ ਜਿੱਦਾਂ ਮਰਜ਼ੀ ਘਰਾਂ 'ਚ ਰਿਵਾਜ਼ ਤਰੀਏ ਜੋ ਬਾਬਾ ਕਹਿੰਦਾ। ਜਦੋਂ ਪਹਿਲਾਂ ਨਾਮ ਜਪੋ, ਰੋਟੀ ਖਾਣ ਤੋਂ ਬਾਅਦ ਵੀ ਨਾਮ ਜਪੋ। ਤੋ ਮਹਾਰਾਜ ਕਹਿੰਦੇ ਜਿਤ ਮੁਖੇ ਨਾਮ ਨਾ ਸਭ ਦੇਵਤੇ ਭੰਨ ਸਿੱਟੇ ਉੱਤੇ, ਸਭ ਕੁਛ ਬਾਮਣਾ। ਤੇ ਕੀ ਕਰਦਾ ਤੂੰ ਨਾਮ ਵਾਲੇ ਰਾਸਤੇ ਤੇ ਆ। ਜਿਤ ਮੁਖੇ ਨਾਮ ਨਾ ਉਚਰੈ, ਇਹ ਬਿਨ ਨਾਮੈ ਰਸ ਖਾਹੇ। ਇਹ ਨਾਨਕ ਏਵੈ ਜਾਣੀਐ, ਤਿਤ ਮੁਖੇ ਥੁੱਕਾਂ ਪਾਹੇ। ਆਈ ਲਾਈਟ ਗਾਂ ਹੋਰ ਫਿਰ ਉਸ ਬ੍ਰਾਹਮਣ ਦੇ ਗੇਸਤੀ। ਸੋ ਕਿਉ ਮੰਦਾ ਆਖੀਐ, ਜਿਤ ਜਮ ਹੈ ਰਾਜਾ, ਭੰਡੇ ਜੰਮੀਐ ਭੰਡੇ ਨਿੰਮੀਐ, ਭੰਡੇ ਮੰਗਣ ਵਿਆਹ। ਇਹ ਭੰਡੋ ਹੋਵੇ ਦੋਸਤੀ, ਇਹ ਭੰਡੋ ਚੱਲੇ ਰਾਹ। ਭੰਡ ਮੋਆ ਭੰਡ ਭਾਲੀਐ, ਇਹ ਭੰਡੇ ਹੋਵੇ ਬੰਧਨ। ਸੋ ਕਿਉ ਮੰਦਾ ਆਖੀਐ, ਜਿਤ ਜਮ ਹੈ ਰਾਜਾ, ਭੰਡੋ ਹੀ ਭੰਡ ਉਪਜੈ, ਭੰਡੈ ਬਾਜੇ ਨ ਕੋਇ। ਨਾਨਕ ਭੰਡੈ ਬਾਹਿਰਾ, ਏਕੋ ਸੱਚਾ ਸੋਇ। ਜਿਤ ਮੁਖੇ ਸਦਾ ਸਲਾਹੀਐ,
ਭਾਗਾਂ ਰੱਤੀ ਉਹ ਰੱਤਿਆ ਪਿਆ ਨਾਮ ਚ, ਔਰ ਚਾਰ ਦੇ ਮੈਨੇ ਅੰਬ ਦਾ ਚਾਰ ਨਹੀਂ ਹੈ, ਚਾਰ ਮੈਨੇ ਚਾਲ ਚਲਨ। ਉਹੀ ਭਾਗਾਂ ਵਾਲਾ ਮੂੰਹ ਹੈ, ਉਹ ਰੱਥਿਆ ਹੈ, ਔਰ ਉਹਦਾ ਹੀ ਆਚਰਨ ਹੈ, ਉਹਦਾ ਹੀ ਕਰੈਕਟਰ ਠੀਕ ਹੈ। ਨਾਨਕ ਤੇ ਮੁਖ ਉਜਲੇ, ਤੇਤ ਸੱਚੇ ਦਰਬਾਰੇ। ਆਈ ਪੌੜੀ ਬਾਬੇ ਨਾਨਕ ਦੀ, ਪੌੜੀ ਦੀ ਅਖੀਰਲੀ ਲਾਈਨ ਰਹਾਉ ਹੁੰਦੀ ਹੈ। ਪਹਿਲਾਂ ਉਹ ਪੌੜੀ ਸ਼ੁਰੂ ਤੋਂ ਪੜ੍ਹੀਏ, ਔਰ ਇਸ ਪੌੜੀ ਤੋਂ ਬਾਅਦ ਅਸੀਂ ਫਿਰ ਅਗਲਾ ਸ਼ਬਦ ਲਾਂਗੇ। ਸਭ ਕੋ ਆਖੇ ਆਪਣਾ, ਸਭ ਕੋ ਆਖੇ ਆਪਣਾ। ਸਭ ਕੁਟੁੰਬ ਨੂੰ ਵੀ, ਬੱਚੇ ਨੂੰ, ਸਾਰਿਆਂ ਨੂੰ ਮੇਰੇ ਹੈ ਜੀ, ਮੇਰੇ ਹੈ, ਤੂੰ ਸਾਰਿਆਂ ਨੂੰ ਆਪਣਾ ਕਹੀ ਜਾਂਦਾ। ਆ ਦੇਖੇ ਬਾਬੇ ਦਾ ਗਿਆਨ। ਸਭ ਕੋ ਆਖੇ ਆਪਣਾ, ਇਹ ਸਭ ਕੋ ਆਖੇ ਆਪਣਾ। ਮਹਾਰਾਜ ਕਹਿੰਦਾ ਇੱਕ ਵਾਰੀ ਤੂੰ ਕਹੇ ਮੇਰੇ ਨਹੀਂ ਹੈ, ਉਤੋਂ ਬਸ਼ੱਕ ਨਾ ਜੀ ਰਿਹਾ, ਪਰ ਇੱਕ ਵਾਰੀ ਕਹਿ ਤੂੰ ਇਹ ਮੇਰੇ ਨਹੀਂ ਹੈ, ਮੇਰਾ ਕੁਛ ਨਹੀਂ ਹੈ, ਮੈਂ ਤੈਨੂੰ ਚੁਣ ਕੇ ਕੱਢ ਲੂੰਗਾ ਇਸ ਦੁਨੀਆ 'ਚ। ਤੂੰ ਇੱਕ ਵਾਰੀ ਇਹਨਾਂ ਦੇ ਅੰਦਰੋਂ ਮੋਹ ਤੋੜ ਵੀ ਤੇਰੇ ਨਹੀਂ ਹੈ, ਰਹਿ ਇਹਨਾਂ 'ਚ ਸੇਵਾ ਕਰ, ਪਰ ਤੇਰੇ ਨਹੀਂ ਹੈ। ਧੀਆਂ ਪੁੱਤ ਸੰਜੋਗ ਮੂਰਖ ਜਾਣੇ ਆਪਣੇ। ਬਾਬੇ ਦੀ ਬਾਣੀ ਦਾਂਗੇ ਅਸੀਂ, ਇਹ ਲਾੜ ਨਾ ਸਗੋਂ ਜ਼ਿਆਦਾ ਵਿਗੜਦੇ ਆ ਬੱਚੇ। ਜੇ ਅਸੀਂ ਇਹਨਾਂ ਨਾਲ ਡਿਸਕਨੈਕਟ ਰਹੀਏ ਵੀ ਇਹ ਸਾਡੇ ਨਹੀਂ ਹੈ, ਨਾ ਇਹ ਨਾਲ ਜਾਣੇ ਨਾ ਕੁਝ, ਅਸੀਂ ਚੌਗੁਣੀ ਸੇਵਾ ਉਹ ਥਾਂ ਪੈਂਦੀ, ਔਰ ਉਹ ਵੀ ਨਹੀਂ ਵਿਗੜਦੇ। ਅਸੀਂ ਆਪ ਕਮਾ ਕਮਾ ਸਾਰਾ ਉਹਨਾਂ ਲਈ ਪੁਸ਼ਤਾਂ ਦੇ ਪ੍ਰਸ਼ਾਦੇ ਜਮ੍ਹਾਂ ਕਰ ਜਾਂਦੇ ਉਹਨਾਂ ਲਈ ਹੈ ਜੀ। ਔਰ ਉਹ ਵੀ ਦੇਖਦੇ ਵੀ ਕਦੋਂ ਬਾਪੂ ਦਾ ਘੋਰੜੂ ਵੱਜੇ ਅਤੇ ਵਕੀਲ ਨੂੰ ਸੱਦ ਕੇ ਰਜਿਸਟਰੀ 'ਤੇ ਅੰਗੂਠਾ ਲਵਾਈਏ। ਉਹ ਕਿਸ ਕੋਈ ਤੇਰਾ ਨਹੀਂ ਹੈ। ਇਸ ਕਰਕੇ ਮਹਾਰਾਜ ਦੀ ਆਪਾਂ ਨਹੀਂ ਦੇਖਾ ਬਾਬੇ ਦੀ। ਔਰ ਬਾਬਾ ਖੁਦ ਗ੍ਰਸਤੀ, ਦੋ ਪੁੱਤਰ ਉਹਦੇ, ਸਭ ਕੁਛ ਘਰ ਵਾਲੀ। ਅਸੀਂ ਗਾਂਗਾ ਇਹੋ ਬਾਣੀ ਲਿਆਵਾਂਗੇ ਵੀ ਉਹਦੀਆਂ ਉਦਾਸੀਆਂ ਗਲਤ ਹੈ ਸਭ, ਬਾਬਾ ਕਿਤੇ ਨਹੀਂ ਗਿਆ, ਬਾਬਾ ਕਰ ਰਿਹਾ ਆਪਣੇ। ਸਤਿਗੁਰ ਦਾ ਉਹਦੇ ਅੰਦਰ ਪ੍ਰਗਟ ਹੋ ਗਿਆ। ਕਹਿੰਦਾ ਸਤਿਗੁਰ ਕੀ ਐਸੀ ਵਡਿਆਈ, ਪੁੱਤ ਕਲੱਤਰ ਕਹਿੰਦੇ ਘਰ ਵਾਲੇ ਨੂੰ ਵਿੱਚੇ ਪਾਏ। ਸਤਿਗੁਰ ਕੀ ਐਸੀ ਵਡਿਆਈ, ਪੁੱਤ ਕਲੱਤਰ ਵਿੱਚੇ ਗੱਤ ਪਾਈ। ਕਿੱਦਾਂ 12-12 ਸਾਲ ਬਾਹਰ ਹੈ, ਆਪ ਇਹਨਾਂ ਨਾਲ ਉਦਾਸੀਆਂ ਨਾਲ ਬਣਾਇਆ ਸਭ ਕੁਛ। ਅਸੀਂ ਫੇਲ ਕਰਦੇ ਆ ਰਹੇ ਹਾਂ। ਬਾਬੇ ਦੀ ਬਾਣੀ ਸੱਚੀ ਆ, ਔਰ ਬਾਬੇ ਨਾਨਕ ਦੀ ਬਾਣੀ 'ਚ ਸਤਿਗੁਰ ਆ ਜਾਣਾ। ਉਹ ਆਪ ਸਤਿਗੁਰ ਨਹੀਂ ਸੀ। ਸਤਿਗੁਰ ਕੀ ਐਸੀ ਮੇਰੇ ਦੀ ਵਡਿਆਈ, ਉਹ ਗ੍ਰਸਤੀਆਂ ਦੇ ਵਿੱਚ ਹੀ ਵਰਤਦਾ ਹੈ। ਪੁੱਤ ਕਲੱਤਰ ਵਿੱਚੇ ਗੱਤ ਪਾਈ। ਤਾਂ ਕਹਿੰਦੇ ਸਭ ਕੋ ਆਖੇ ਆਪਣਾ। ਅਸੀਂ ਮੋਹ ਤੋੜਨਾ, ਅੰਦਰੋਂ ਡਿਸਕਨੈਕਟ ਹੋਣਾ ਹੈ ਟੱਬਰ ਨਾਲੋਂ, ਹਰ ਇੱਕ ਚੀਜ਼ ਨਾਲੋਂ, ਪਰ ਰਹਿਣਾ ਵਿਰਾਗ 'ਚ ਹੈ, ਪਰ ਰਹਿਣਾ ਵਿੱਚ ਹੀ ਹੈ। ਸਭ ਕੋ ਆਖੇ ਆਖੇ, ਸਾਰਿਆਂ ਨੂੰ ਤੂੰ ਕਹੀ ਜਾਣਾ ਆਖੇ। ਸਭ ਕੋ ਆਖੇ ਆਪਣਾ, ਸਭ ਕੋ ਆਖੇ ਆਪਣਾ। ਜਿਸ ਨਾਹੀਂ ਸੋ ਚੁਣੇ ਗੱਡੀ ਹੈ। ਕਹਿੰਦੇ ਹੋ ਕੀ ਰਿਹਾ? ਕਹਿੰਦੇ ਸਾਰੇ ਲੇਖੇਦਾਰ ਆ, ਸਾਰਾ ਆਪਣਾ ਆਪਣਾ ਲੇਖਾ ਚੁਕਾਉਣ ਆਏ ਹੈ। ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਮਿਆ। ਮੈਂ ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਮਿਆ। ਆਖਰੇ 20 ਸਾਲ ਇਹ ਲਫ਼ਜ਼ ਅੜਿਆ ਰਿਹਾ ਸਾਡੇ ਕੋਲ। ਸੰਡੀਏ ਦਾ ਕੀ ਮਤਲਬ ਹੋਇਆ? ਟੀਕੇ ਪੜੇ, ਸਭ ਕੁਝ ਖਾਬ ਆਪਣੀਆਂ ਮਾਰੀਆਂ। ਸੰਡੀਆ ਸੀ ਕਿ ਯਾਰ ਬਾਣੀ ਫੁੱਲ। ਬਾਣੀ ਆਈ ਭਗਤਾਂ ਦੇ ਵਿੱਚ, ਇਹ ਲਫ਼ਜ਼ ਉਹਨਾਂ ਨੇ ਲਿਖਿਆ ਸੰਡੀਏ। ਇਹ ਤਾਂ ਚੀਜ਼ਾਂ ਕਹਿ ਰਹੇ ਹਾਂ ਅਸੀਂ ਵੀ ਬਾਣੀ ਨੂੰ ਬਾਣੀ ਨਾ ਖੋਲ੍ਹੋ। ਸੰਡੀਏ ਲਫ਼ਜ਼ ਹੈ, ਕੋਈ ਨਹੀਂ ਬਾਹਰਲਾ ਖੋਲ੍ਹ ਸਕਦਾ। ਤੋ ਸੰਡੀਆ ਉਹ ਕਬੀਰ ਭਗਤ ਜੀ ਕਹਿੰਦੇ ਆਪਣਾ ਵਿਗਾੜ ਬਿਗਾਨਾ ਸੰਡ ਹੈ। ਵੀ ਕਈ ਐਸੇ ਪਰਉਪਕਾਰੀ ਹੁੰਦੇ ਜਿਹੜਾ ਆਪਣਾ ਭਾਵੇਂ ਵਿਗੜ ਜਾਏ ਪਰ ਦੂਸਰੇ ਦਾ ਸਾਰ। ਆਪਣਾ ਵਿਗਾੜ ਕੇ ਵੀ ਬਿਗਾਨਾ ਸੰਡ ਹੈ।
ਅਸੀਂ ਕਿਹਾ ਯਾਰ ਇਹ ਤਾਂ ਫਿਰ ਬਹੁਤ ਵੱਡੇ ਲੋਕ। ਉਹ ਜਦੋਂ ਉਹ ਸਾਰਾ ਭਗਤ ਜੀ ਦਾ ਪੜ੍ਹਿਆ ਉਹਦੇ ਤੇ ਨਿਕਲਿਆ ਵੀ ਜੇ ਤੂੰ ਐਡਾ ਵੀ ਵੱਡਾ ਕਰਮਕਾਂਡੀ ਹੈ ਵੀ ਨੇਕ ਬੰਦਾ ਵੀ ਆਪਣਾ ਵਿਗਾੜ ਕੇ ਤੂੰ ਦੂਸਰਿਆਂ ਦਾ ਸਵਾਰਿਆ, ਪਰ ਜੇ ਤੂੰ ਨਿੰਦਿਆ ਕਰਦਾ ਆਪਣੀ ਸਾਰਾ ਕੁਛ ਆਪਣਾ ਵਿਗਾੜ ਜਿਹੜਾ ਮਰਜ਼ੀ ਕੋ ਕਰ ਲਵੇ। ਜੇ ਨਿੰਦਿਆ ਐਸੀ ਭੈੜੀ ਚੀਜ਼ ਹੈ, ਇਸ ਕਰਕੇ ਤੂੰ ਜੇ ਨਿੰਦਿਆ ਕਰ ਦਿੱਤੀ ਕਿਸੇ ਦੀ ਤੇ ਤੂੰ ਉਹ ਵੀ ਗਵਾ ਲਿਆ ਪੁੰਨ ਦਾ ਪਾਪ ਸਾਰਾ। ਤੂੰ ਆਪਣਾ ਵਿਗਾੜ ਬਿਗਾਨਾ ਸਵਾਰੇ। ਤੂੰ ਕਹਿੰਦਾ ਭਾਈ ਆਪਣਾ ਲੇਖਾ ਤੂੰ ਆਪ ਹੀ ਸਵਾਰਨਾ। ਇਸ ਕਰਕੇ ਇਹ ਸਭ ਕੋ ਆਖੇ ਆਪਣਾ, ਜਿਸ ਨਾਹੀ ਸੋ ਚੁਣੇ ਕਢੀਐ। ਇਹ ਕੀਤਾ ਆਪ ਆਪਣਾ, ਆਪੇ ਹੀ ਲੇਖਾ ਆਪਣਾ ਲੇਖਾ ਆਪਣਾ ਪਾਪ ਦਾ ਕੰਮ ਦਾ ਆਪਣਾ ਲੇਖਾ ਆਪ ਸਾਫ਼ ਕਰ। ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਆ ਦੇਖ ਤੇਰਾ ਗੋਲ ਕੀ ਹੈ। ਜਾ ਰਹਿਣਾ ਨਾਹੀ ਐਤ ਜੱਗੇ, ਜਾ ਰਹਿਣਾ ਨਾਹੀ ਐਤ ਜੱਗੇ। ਤਾਂ ਕਾਇਤ ਗਾਰ ਮੇ ਹੰਡੀਐ। ਕਹਿੰਦਾ ਤੂੰ ਫੈਮਿਲੀ ਕਿਉਂ ਹੰਡਾ ਰਿਹਾ? ਮੈਂ ਬੜਾ ਫੈਮਿਲੀ ਵਾਲਾ ਜੀ, ਮੈਂ ਬੜਾ ਗਰਬ ਇਹ ਚ ਮੇਰੀ ਫੈਮਿਲੀ ਬੜੀ। ਉਹ ਕਹਿੰਦਾ ਇਹ ਗਰਬ ਹੈ ਵੇ, ਇਹਨੂੰ ਨਾ ਹੰਡਾ। ਕਿਉਂ? ਜਾ ਰਹਿਣਾ ਨਾਹੀ ਐਤ ਜੱਗੇ, ਜਾ ਰਹਿਣਾ। ਕਹਿੰਦਾ ਤੁਸੀਂ ਚਲੇ ਜਾਣਾ ਇੱਥੋਂ ਤੇ ਤੂੰ ਕੀ ਫੈਮਿਲੀ ਦਾ ਮਾਣ ਕਰਨ ਡਿਆ। ਜਾ ਰਹਿਣਾ ਨਾਹੀ ਐਤ ਜੱਗੇ, ਤਾਂ ਕਾਇਤ ਗਾਰ ਵੇ ਹੰਡੀਐ। ਪਰ ਤੇਰੇ ਨਾਲ ਹੀ ਆਏ ਆ, ਤੂੰ ਮੰਦਾ ਕਿਸੇ ਨਾ ਆਖੀਐ। ਜੇ ਤੂੰ ਬ੍ਰਹਮ ਗਿਆਨ ਦੇ ਅੱਖਰ ਪੜ੍ਹ ਰਿਹਾ ਹੈ ਤੇ ਮੰਦਾ ਕਿਸੇ ਨੂੰ ਨਾ ਕਹਿ, ਮੰਦਾ ਕਿਸੇ ਨਾ ਆਖੀਐ। ਬੜੇ ਅੱਖਰ ਦੇ ਰਾਰੇ ਨੂੰ ਔਂਕੜ ਹੈ। ਤੂੰ ਆਪਣਾ ਨਾਮ ਦਾ ਅੱਖਰ ਪੜ੍ਹੀ ਚੱਲ ਆਰਾਮ ਦੇ ਨਾਲ। ਏ ਮੰਦਾ ਕਿਸੇ ਨਾ ਆਖੀਐ। ਬੜੇ ਅੱਖਰ ਇਹੋ ਆ ਜਿਹੜੇ ਨਾਮ ਦੀ ਗੱਲ ਹੈ, ਅੱਖਰ ਦੀ ਗੱਲ ਹੈ, ਇਹਨੂੰ ਬੁੱਝ। ਇਸ ਕਰਕੇ ਔਰ ਅਖੀਰ ਤੇ ਰਹਾਉ ਲਾਇਆ। ਮੂਰਖ ਹੈ ਜਿਹੜਾ ਕੋਈ ਨਹੀਂ ਬੁੱਝਦਾ। ਤੂੰ ਘਰ 'ਚ ਆਇਆ, ਉਹ ਆਪਣਾ ਆਪਣਾ ਹੈ। ਜੇ ਕੋਈ ਨਾਮ ਦੀ ਗੱਲ ਨਹੀਂ ਮੰਨਦਾ ਤੂੰ ਉਹਨੂੰ ਸਮਝ ਮੂਰਖਾਂ ਸਿਰੇ ਮੂਰਖ ਹੈ। ਜੇ ਮੰਨੇ ਨਾ ਹੀ ਨਾ, ਘਰ 'ਚ ਹੀ ਹੋਣਗੇ ਉਹ ਸਾਰੇ, ਉਹਨਾਂ ਨੇ ਨਹੀਂ ਮੰਨਣਾ। ਤੋ ਉਹਨਾਂ ਦੇ ਨਾਲ ਤੂੰ ਸਿੰਘ ਨਾ ਫਸਾ ਲਾ ਹਰ ਵੇਲੇ ਟੱਬਰ ਦੇ ਨਾਲ ਵੀ ਆ ਮੈਂ ਤਾਂ ਜਪਦਾ, ਕਿਉਂ ਨਹੀਂ ਜਪਦੇ। ਲੁੱਝੀਏ ਕਹਿੰਦੇ ਆ ਸਿੰਘ ਫਸਾਉਣ ਨੂੰ, ਐਵੇਂ ਉਹਨਾਂ ਕਹਿੰਦੇ ਇਹਨਾਂ ਨੇ ਮੌਜ ਕਰਨ ਦੇ। ਮੂਰਖੇ ਨਾਲ ਲੁੱਝੀਏ। ਮੂਰਖੋ ਹੁੰਦਾ ਭਾਈ ਸਾਹਿਬ ਜੀ, ਜੇ ਧੁੱਪੇ ਖੜਾ ਹੋਵੇ ਨਾ ਤੇ ਲਾਗਲਾ ਬੰਦਾ ਆ ਜਾਏ, ਉਹ ਯਾਰ ਲਾਗੇ ਤੇ ਰੱਖਦਾ, ਤੂੰ ਉੱਥੇ ਹੋ ਜਾ ਸ਼ਾਮ, ਤੈਨੂੰ ਬਹੁਤਾ ਪਤਾ। ਕਿਸੇ ਟੱਬਰ 'ਚ ਹੀ ਤੁਹਾਡੇ ਟੱਬਰ 'ਚ ਹੀ ਹੋਣਗੇ, ਉਹ ਕਦੀ ਨਹੀਂ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ। ਉਹਨਾਂ ਨੂੰ ਅਲੱਗ ਸਮਝਾ ਲਓ। ਜੇ ਤੁਹਾਨੂੰ ਨਾਮ ਦੀ ਅੱਖਰ ਦੀ ਗੱਲ ਆ ਗਈ ਇੱਕ ਦੀ, ਤੇ ਉਸ ਕਰਕੇ ਉਹਨਾਂ ਦੇ ਨਾਲ ਨਾ ਤੇਰੀ ਬੇਸਵਾਦੀ ਹੋ ਜਾਏਗੀ। ਇਹਨਾਂ ਨਹੀਂ ਕਹਿ ਮੰਦਾ ਸਮਝ ਆਪਣੇ ਆਪ ਨੂੰ ਤੇ ਕਹਿ ਵੀ ਮੈਂ ਮੰਦਾ। ਦੇਖੋ ਕਿੱਡਾ ਉੱਚਾ ਉਪਦੇਸ਼ ਆ। ਆਓ ਲਈਏ ਪੌੜੀ। ਸਭ ਕੋ ਆਖੇ ਆਪਣਾ, ਭਾਈ ਸਭ ਕੋ ਆਖੇ ਆਪਣਾ, ਜਿਸ ਨਹੀਂ ਸੋ ਜੁੜ ਗਏ। ਇੱਥੇ ਪੇਚਾ ਪਾ ਗਏ, ਜਿਸ ਨਹੀਂ ਸੋ ਨੇ ਇਹ ਛੱਡਣ ਜੀ, ਇਹ ਤਾਂ ਸਭ ਮੇਰੇ ਹੈ। ਉਹ ਸਭ ਕੋ ਸਭ ਕੋ ਕੀ ਭੰਡ ਨੂੰ ਭੰਨਾ ਮਾਰ, ਇੰਨਾ ਭੰਡ ਦੇ ਉੱਤੇ ਸਲੋਕ ਦਿੱਤੇ ਆ। ਉਹ ਕਿਉਂ ਕਿਸੇ ਦਾ ਹੈ ਨਾ ਤੇ ਕਿਸੇ ਨੂੰ ਮੈਂ ਕਹਿ ਤੇਰਾ ਕੋਈ ਨਹੀਂ ਹੈ। ਸਭ ਕੋ ਕਹਿੰਦਾ ਜੀ ਨਹੀਂ ਸਭ ਮੇਰੇ। ਇੰਨਾ ਇਸ ਚੀਜ਼ 'ਚ ਕਿਸੇ ਨੂੰ ਨਾ ਕਰਨਾ।
ਉਹ ਜਿਹੜਾ ਘਰ ਵਾਲਾ ਹੁੰਦਾ ਉਹ ਘਰ ਵਾਲੀ ਤੋਂ ਵੀ ਇੰਨਾ ਸਤਿਆ ਹੁੰਦਾ। ਸਾਰੇ ਕਿਸਮ ਦੇ ਰੰਗ ਸਾਡੀ ਫੈਮਲੀਆਂ 'ਚ। ਉਹ ਕਿਤੇ ਬਾਹਰ ਆਉਂਦਾ, ਆਣ ਕੇ ਦਫ਼ਤਰ ਰੋਜ਼ ਲੜਾਈ ਹੁੰਦੀ, ਉਹ ਆਣ ਕੇ ਕਹਿਣ ਲੱਗ ਪੈਂਦਾ ਕਿਤੇ ਆਣ ਕੇ ਬਰਾਂਡੇ 'ਚ, ਹੇ ਅਕਾਲ ਪੁਰਖ ਜਾਂ ਤੇ ਮੈਂ ਮਰ ਜਾ। ਉਹ ਅੰਦਰ ਰਸੋਈ 'ਚ ਬਾਹਰ ਨਿਕਲ ਗਈ, ਉਹ ਬੇਲਣਾ ਲੈ ਕੇ ਬਾਹਰ ਆਈ, ਕਹਿੰਦੇ ਜਾਂ, ਕਹਿੰਦਾ ਜਾਂ ਵੀ ਮੈਂ ਹੀ ਮਰ ਜਾ। ਇਸ ਕਰਕੇ ਤੂੰ ਇਸ ਕਰਕੇ ਇਹ ਸਾਰੇ ਕਹਿੰਦੇ ਜਾਂ ਵੀ ਜਾਂ ਉਹਦੇ ਮੂੰਹ 'ਚੋਂ ਥੂ ਨਿਕਲ। ਇਸ ਕਰਕੇ ਮਰ ਕਹਿੰਦੇ, ਉਹ ਕਹਿੰਦੇ ਤੇਰਾ ਕੋਈ ਨਹੀਂ ਹੈ, ਸਭ ਕੋ ਜਿਤਨਾ ਹੀ ਸੋ ਚੁਣੇ ਕਾਇਤ ਗਾਰਵੇ ਹੰਡੀ ਹੈ, ਇਹ ਮਨ ਦਾ ਕਿਸੇ ਨਾ ਆਖੀਐ, ਇਹ ਮਨ ਦਾ ਕਿਸੇ ਨਾ ਆਖੀਐ, ਪਰ ਅੱਖਰ ਇਹੋ ਬੂਝੀਐ। ਜਿਨ੍ਹਾਂ ਨੂੰ ਨਾਮ ਦਾ ਨਹੀਂ ਪਤਾ ਉਹਦੇ ਨਾਲ ਲੁੱਝੀ ਨਾ ਮੂਰਖ ਹੈ, ਨਾਲੇ ਨਾ ਲੋਚੀਐ, ਹੇ ਮੂਰਖ ਹੈ ਨਾਲੇ ਨਾ ਲੋਚੀਐ। ਅਸੀਂ ਉਹ ਵਿਸ਼ਾ ਚੱਕਦੇ ਹਾਂ ਵੀ ਜੇ ਘਰ 'ਚ ਲੜਕੀ ਪੈਦਾ ਹੋ ਜੇ, ਲੜਕਾ ਪੈਦਾ ਹੋ ਜੇ, ਸਭ ਇੱਕੋ ਜਿਹੀ ਗੱਲ ਹੈ। ਔਰ ਉਸ ਵੇਲੇ ਵੀ ਆ ਸ਼ਬਦ ਪੜ੍ਹੋ, ਪੂਤਾ ਮਾਤਾ ਕੀ ਆਸੀਸ। ਉੱਠ ਕੇ ਬੰਦੋ ਕਿਹੜਾ ਹੈ ਪੂਤਾ, ਹੇ ਮਾਤਾ ਕੀ ਆਸੀਸ। ਯਾਦ ਰਹੇ ਸਾਡੇ 'ਚ ਸਿੱਖ ਪੁੱਤ ਮੰਨੇ ਗਏ ਹੈ, ਕਿਉਂਕਿ ਸਿੱਖਣੀ ਲਫ਼ਜ਼ ਨਹੀਂ ਹੈ ਸਾਰੀ ਬਾਣੀ 'ਚ, ਭਗਤਣੀ ਲਫ਼ਜ਼ ਨਹੀਂ ਹੈ, ਬੀਬੀ ਭਗਤਣੀ ਭਗਤ ਨਹੀਂ ਹੈ, ਭਗਤ ਵੀ ਹੈ, ਜਨਨੀ ਲਫ਼ਜ਼ ਨਹੀਂ, ਜਾਣੀ ਲਫ਼ਜ਼ ਨਹੀਂ ਹੈ। ਇਸ ਕਰਕੇ ਜਿਹੜਾ ਹੈ ਸਾਡਾ ਉਹ ਸਾਰੇ 'ਚ ਕੋਈ ਦੂਸਰਾ ਜੈਂਡਰ ਨਹੀਂ ਹੈ, ਆਪੋਜ਼ਿਟ ਚੀਜ਼ ਨਹੀਂ ਹੈ। ਸਿੱਖਣੀ ਲਫ਼ਜ਼ ਨਹੀਂ ਹੈ, ਸਿੱਖ ਪੁੱਤ ਲੜਕੀ ਵੀ ਹੈ ਅਤੇ ਉਹਦੀ ਵੀ ਉਹ ਪੋਤੀ ਕਿਹਾ ਹੋਊਗਾ। ਔਰ ਸਿੱਖ ਪੁੱਤ ਜਿਹੜਾ ਹੈ ਉਹ ਸਿੱਖ ਮੈਨੇ ਸਟੂਡੈਂਟ ਵੀ ਕਾਮਨ ਜੈਂਡਰ ਹੈ। ਇਸ ਕਰਕੇ ਜਿਹੜੇ ਸ਼ਬਦ ਹੈ ਸਾਰਿਆਂ ਲਈ ਇੱਕੋ ਜਿਹਾ ਹੈ, ਕੋਈ ਲੜਕੀ ਲਈ ਵੀ ਅਤੇ ਲੜਕੇ ਲਈ ਵੀ। ਪੂਤਾ ਹੈ ਮਾਤਾ ਕੀ ਆਸੀਸ। ਦੇਖੋ ਕੀ ਹੈ ਵੀ ਤੈਨੂੰ ਨਿਮਕ ਪਰ ਵੀ ਨਾਮ ਨਾ ਜਪਣਾ ਭੁੱਲੇ। ਇਹ ਨਿਮਕ ਨਾ ਮਿਸਰੋ ਤੁਮੇ ਕੋ, ਤੁਮ ਨਹੀਂ ਕਹਿਣਾ ਥੱਲੇ ਹਲੰਤ ਛੋਟਾ ਤੁਮ ਹੈ। ਇਹ ਨਿਮਕ ਨਾ ਮਿਸਰੋ ਤੁਮ ਹੈ ਕੋ ਹਰੇ। ਹਰੇ ਦੋ ਵਾਰੀ ਆ ਗਿਆ ਵੀ ਜਪਣਾ ਸਿੱਖ ਪਹਿਲਾਂ ਨਾਮ ਨੂੰ। ਨਿਮਕ ਨਾ ਮਿਸਰੋ ਤੁਮ ਹੈ ਕੋ ਹਰ ਹਰ, ਇਹ ਸਦਾ ਭਜੋ ਜਗਦੀਸ਼ ਰਹੋ। ਆਸੀਸ ਗੁਰਦੇਵ ਜਿਹੜਾ ਪਿਤਾ ਹੈ, ਗੁਰਦੇਵ ਮਾਤਾ, ਆਸੀਸ ਸਾਰੀ ਇਹ ਸ਼ਬਦ ਵੱਲੋਂ ਪਈ। ਨਿਮ ਭਜਨ ਕਰਨਾ ਨਾ ਭੁੱਲਣੀ। ਨਿਮਕ ਨਾ ਮਿਸਰੋ ਤੁਮ ਹੈ ਕੋ ਹਰੇ ਹਰ, ਸਦਾ ਭਜੋ ਜਗਦੀਸ਼। ਜਗਦੀਸ਼ ਵੀ ਕ੍ਰਿਸ਼ਨ ਮਹਾਰਾਜ ਦਾ ਨਾਂ ਹੈ। ਇਸ ਗਿਆਨੀ ਪੁਰਸ਼ ਦੇ ਬੇਅੰਤ ਨਾਮ ਆ। ਸਾਡੇ ਅਕਾਲ ਪੁਰਖ ਤੇ ਵਰਨਗੇ ਸਾਰੇ। ਇਹ ਸਦਾ ਭਜੋ ਜਗਦੀਸ਼।
ਸ਼ਬਦ ਤੇ ਰਹਾਉ ਲਾਤਾ। ਰਾਗੀ ਸਿੰਘਾਂ ਨੂੰ ਕਹਿਣੇ ਜੀ ਅੱਜ ਆ ਮੇਰੇ ਪੁੱਤ ਜੰਮਿਆ, ਮੈਨੂੰ ਆ ਜ਼ਰੂਰ ਤੁਸੀਂ ਪੂਤਾ ਮਾਤਾ ਕੀ ਸੀਸ ਹਾਂਜੀ ਪੜ੍ਹ ਦਾਂਗੇ। ਆਹ ਕੰਮ ਕੌਣ ਕਰੂਗਾ? ਅਸੀਂ ਉਹਨੂੰ ਅਸੀਸ ਇਹ ਦਿਓ ਵੀ ਤੇਰਾ ਬੱਚਾ ਵੀ ਭਜਨ ਕਰੇ। ਨਿਮਕ ਨਾ ਵਿਸਰੋ ਤੁਮ ਹੈ ਤੋ ਹਰ ਤੇ ਸਦਾ ਭਜੋ ਜਗਦੀਸ਼। ਤਾਂ ਸੀਸ ਮਿਲੇਗੀ, ਨਹੀਂ ਤੇ ਉਹਦੇ ਕਹਿਰ ਤੂੰ ਡਰ। ਜੇ ਭਜਨ ਨਹੀਂ ਕੀਤਾ ਬਾਲ ਜਵਾਨੀ ਔਰ ਬਿਰਧ ਫੁਨ तीन अवस्था जान कहो नानक हर भजन बैन बिरथा साभी। ਬੱਚਾ ਜੇ ਹੈ ਉਹਦਾ ਵੀ ਜਨਮ ਖਰਾਬ ਹੋ ਗਿਆ ਜੀ, ਉਹ ਨਹੀਂ ਜਪਦਾ। ਜਵਾਨ ਆ ਉਹਨੂੰ ਵੀ ਸਭ ਬੁਢਾਪੇ ਬਾਰੇ ਤੇ ਡਰਨ ਕੇ ਜਪਣਾ ਹੀ ਹੈ, ਪਰ ਬਾਅਦ ਜਿਹੜਾ ਉਹਦੀ ਵੀ ਉਮਰ ਖਰਾਬ ਹੈ। ਇਸ ਕਰਕੇ ਆ ਬੜੇ ਭੇਦ ਆ ਬਾਣੀ ਦੇ ਵਿੱਚ ਪਈ। ਨਿਮਖ ਨਾਮ ਵਿਸਰੋ ਤੁਮ ਕੋ ਹਰ ਹਰ ਦੋ ਵਾਰੀ ਲੈ ਕੇ ਰਿਪੀਟ ਕਰਕੇ ਜਪੀ ਨਾਮ। ਨਿਮਖ ਨਾਮ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਵਾਹਿਗੁਰੂ 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 ਵਾਹਿਗੁਰੂ। ਹੇ ਨਿਮਖ ਨਾਮ ਵਿਸਰੋ ਤੁਮ ਹੈ ਕੋ ਹਰ ਹਰ ਹੇ ਸਦਾ ਭਜੋ ਜਗਦੀਸ਼। ਇੱਥੇ ਰਹਾਉ ਲਾਇਆ ਔਰ ਸ਼ਬਦ ਇੱਥੇ ਸ਼ੁਰੂ ਹੁੰਦਾ ਕਿ ਜੇ ਕਿਤੇ ਤੂੰ ਭਜਨ ਕਰ ਗਿਆ, ਜਿਹੜੇ ਤੇਰੇ ਪਹਿਲੇ ਐਨਸੈਸਟਰਸ ਹੈ, ਮਾਂ ਬਾਪ, ਜੇ ਕਿਤੇ ਪਹਿਲੇ ਦਾਦੇ ਪੜਦਾਦੇ ਜਿਹੜੇ ਗਾਂ ਮਰ ਗਏ ਆ, ਉਹਨਾਂ ਦਾ ਵੀ ਤੂੰ ਉਧਾਰ ਕਰ ਸਕਦਾ ਨਾਮ ਜਪ ਕੇ। ਉਹਨਾਂ ਦਾ ਆਧਾਰ ਆ ਬਿਸਤਰੇ ਕੌਲੀਆਂ ਗੜਵੀਆਂ ਦੇ ਕੇ ਨਹੀਂ ਹੋਣਾ। ਖੰਡ ਪਾਠ ਉਹਨਾਂ ਦੇ ਨਿਮਿਤ ਕਰਾਤਾ ਤੇ ਬਿਸਤਰੇ ਪਾਠ ਤੇ ਔਰ ਸਭ ਕੁਝ ਜੀ ਉੱਦਾਂ ਉਹ ਇਹ ਬਾਹਮਣਵਾਦ ਹੈ। ਤੂੰ ਆਪਣਾ ਭਜਨ ਕਰੋ, ਉਹਨਾਂ ਨੂੰ ਮਿਲਣਾ। ਅਸੀਂ ਸਾਰੀਆਂ ਚੀਜ਼ਾਂ ਲਿਆ ਰਹੇ ਹਾਂ ਬਾਣੀ ਰਾਹੀਂ ਵੀ ਸ਼ਬਦ ਪੜ੍ਹਨਾ ਇੰਨਾ ਫਾਇਦਾ ਨਹੀਂ ਹੈ, ਅਸੀਸ ਮਿਲ ਜਾਣੀ। ਜੋ ਸ਼ਬਦ ਕਹਿੰਦਾ ਕੰਮ ਕਰਨਾ ਪੈਣਾ। ਜੇ ਤੂੰ ਨਾ ਇਹ ਕੰਮ ਕੀਤਾ ਤੈਨੂੰ ਬਾਅਦ ਸੀਸ ਮਿਲੇਗੀ ਸਾਰੀ ਉਮਰ। ਸੀਸ ਨਹੀਂ ਮਿਲ ਸਕਦੀ। ਜੋ ਸ਼ਬਦ ਕਹਿੰਦਾ ਤੈਨੂੰ ਕਰਨਾ ਪੈਣਾ, ਉਹ ਕੀ ਹੈ? ਇਹ ਨਿਮਖ ਨਾਮ ਵਿਸਰੋ ਤੁਮ ਕੋ ਹਰ ਹਰ ਹੇ ਸਦਾ ਭਜੋ ਜਗਦੀਸ਼। ਰਹਾਉ ਰਹਾਉ ਆਇਆ ਇੱਥੋਂ ਗੁਜਰੀ ਮਹੱਲਾ ਪੰਜਵਾਂ ਔਰ ਪੰਨਾ ਹੈ 496 496 ਤੇ ਗੁਰੂ ਅਰਜਨ ਦੇਵ ਜੀ ਇੱਥੋਂ ਸ਼ਬਦ ਸ਼ੁਰੂ ਕਰਦੇ। ਜਿਸ ਸਿਮਰਤ ਸਭੇ ਕਿਲ ਵੇਖ ਨਾਸ ਹੈ। ਕਿਲ ਵੇਖ ਕਹਿੰਦੇ ਆ ਬੱਜਰ ਪਾਪਾਂ ਨੂੰ, ਜਨਮਾਂ ਜਨਮਾਂ ਦੇ ਬੱਜਰ ਪਾਪ ਤਾਣਗੇ ਜੇ ਤੂੰ ਸਿਮਰਨ ਕਰੇਂਗਾ। ਪਰ ਸਿਮਰਨ ਬੜੀ ਉੱਚੀ ਅਵਸਥਾ ਹੈ। ਪਹਿਲਾਂ ਜਪਣਾ ਹੈ, ਫਿਰ ਧਿਆਉਣਾ ਹੈ, ਫਿਰ ਹਿਰਦੇ 'ਚ ਚਲੇ ਜਾਏ ਤੇ ਉਹ ਸਿਮਰਨ ਹੈ। ਪ੍ਰਭ ਕੇ ਸਿਮਰਨ ਗਰਭ ਨਾ ਬਸ ਹੈ। ਅਸੀਂ ਹਰ ਇੱਕ ਚੀਜ਼ ਨੂੰ ਸਿਮਰਨ ਕਹੀ ਜਾਂਦੇ, ਤਦੇ ਅਸੀਂ ਗੁਣ ਸਾਡਾ ਤਿੰਨ ਅਵਸਥਾ ਹੈ। ਪਹਿਲਾਂ ਜਪਣਾ ਹੈ, ਫਿਰ ਧਿਆਉਣਾ ਹੈ, ਫਿਰ ਸਿਮਰਨ ਅੱਗੇ ਜਾ ਕੇ ਉਸ ਅਵਸਥਾ ਲਈ ਆ। ਉੱਥੇ ਜਦੋਂ ਪਹੁੰਚ ਗਿਆ ਤੂੰ ਫਿਰ ਤੇਰੇ ਹੋਣਗੇ ਸਭ ਕੁਛ। ਏਕ ਕਿਲ ਵੇ ਜਿਸ ਸਿਮਰਤ ਸਭੇ ਕਿਲ ਵੇਖ ਨਾਸ ਹੈ। ਫਿਰ ਤੇਰੇ ਪਿਤਰਾਂ ਦਾ ਆਧਾਰ ਹੋ ਜਾਏਗਾ। ਪਿਤਰੀ ਹੋਏ ਉਧਾਰ। ਹਰ ਸਾਲ ਉਹਨਾਂ ਦੇ ਨਿਮਿਤ ਤੂੰ ਭੋਗ ਪਾਉਣਾ, ਪਖੰਡ ਪਾਠ ਦੇ ਫਲਾਂ, ਫਿਰ ਅਖਬਾਰ 'ਚ ਵੀ ਕਢਾਉਣਾ। ਅੱਜ ਕੱਲ੍ਹ ਬੜੀ ਸ਼ੋਸ਼ਾਬਾਜ਼ੀ ਜੀ ਹੋਈ ਆ। ਉਹ ਸਾਰੇ ਉਹਦਾ ਕੱਖ ਨਹੀਂ ਹੋਣਾ ਤੇ ਕਿਉਂ ਆਪਣਾ ਉਹਨੂੰ ਕੱਖ ਨਹੀਂ ਮਿਲਣਾ। ਇਸ ਕਰਕੇ ਮਿਲੇਗਾ ਤੇ ਆ ਮਿਲੇਗਾ ਜੋ ਬਾਣੀ ਕਹਿੰਦੀ ਹੈ। ਜਿਸ ਸਿਮਰਤ ਸਭੇ ਕਿਲ ਵੇਖ ਨਾਸ ਹੈ। ਇਹ ਪਿਤਰੀ ਹੋਏ ਉਧਾਰ। ਇਹ ਬਾਹਮਣਵਾਦ ਆ। ਬਾਹਮਣ ਏਦਾਂ ਦਾਨ ਕਰਾਉਂਦਾ ਸੀ, ਮਾਰ ਸਹੁਰੇ ਦਾਨ ਕਰਾਈ ਜਾਣੇ ਮਾਰ। ਉਹ ਫਿਰ ਨਲਾ ਕਰਾਉਂਦਾ ਸੀ, ਹਰ ਵਾਰੀ ਚੂੜੀਆਂ ਛੱਡਦਾ ਸੀ, ਸਾਰਾ ਬੀਬੀ ਨੂੰ
ਛੱਡੀ ਗਿਆ ਉਹ ਕਿ ਆਲਾ ਕਿਤੇ ਜੱਟ ਬਾਹਰ ਗਿਆ ਸੀ ਹਲ ਵਾਹੁਣ ਪਿੱਛੋਂ, ਉਹ ਕਿਤੇ ਕਾਬੂ ਆ ਗਈ ਬੀਬੀ, ਉਹਦੇ ਕੋਲੋਂ ਦਾਨ ਕਰਾਈ, ਕਹਿੰਦੇ ਨਾ ਮੈਂ ਹੋਰ ਛੋੜੀ ਛੱਡਦਾ, ਹੋਰ ਦਾਨ ਕਰ, ਆ ਗਊ ਵੀ ਦੇ ਦੇ, ਆ ਸਭ ਦਾਨ ਕਰ, ਦਾਨ ਕਰੀ ਚੱਲੇ। ਉਹ ਹਾਰ ਕੇ ਕਹਿੰਦੀ ਜਿੰਨੀ ਨਾਤੀ ਉਨਾ ਪੁੰਨ, ਬਸ ਵੇ ਨਾ ਜਾ ਹੋਰ ਨਾ ਮੁੰਨ। ਉਹ ਸਾਰੀ ਕਹੀ ਮੈਂ ਤਾਂ ਤੂੰ ਇਸ ਲੜਾ ਕੇ ਕਰਦੇ ਸੀ ਪਿੰਡਾਂ ਥਾਂ ਦੀਆਂ ਕਹਾਵਤਾਂ ਸੱਚੀਆਂ, ਜਿੰਨੀ ਨਾਤੀ ਹਰ ਕੰਮ ਨਹਾ ਕੇ ਦਾਨ, ਸਾਡੇ ਵੀ ਹਰ ਕੰਮ ਹਰ ਇਸ਼ਨਾਨ ਕਰਕੇ ਦੀਆਂ ਸਾਰਾ। ਉਹ ਭਾਈ ਤੁਹਾਡੇ ਤਾਂ ਪਿੰਡਾਂ ਦਾ ਹਿਸਾਬ ਹੈ, ਕਿਹੜਾ ਜ਼ਿਮੀਦਾਰ ਰੋਜ਼ ਨਹਾਉਂਦਾ? ਕੀ ਉਹ ਸਿਹਤ ਨਹੀਂ ਉਹਨਾਂ ਦੀ ਠੀਕ? ਉਹ ਸਾਡੇ ਤੇ ਆ ਵੀ 5 ਇਸ਼ਨਾਨਾਂ ਮਹਾਂ ਗਿਆਨਾਂ ਨਿਤ ਨਹਾਵੇ ਦਲਿਦਰੀ। ਇਸ ਕਰਕੇ ਨਹਾਉਣਾ ਜ਼ਰੂਰੀ ਨਹੀਂ। ਬਾਬਾ ਆਪ ਕਹਿੰਦਾ ਬਾਣੀ 'ਚ ਬਾਹਰ ਨਹਾਵੋ ਖਾਏ ਜਿਓ ਸਾਧ ਭਲੀਆਂ ਨਾ, ਬੜੀਆਂ ਬੜੀਆਂ ਚੀਜ਼ਾਂ ਬਾਬਾ ਦੇ ਰਿਹਾ। ਬ੍ਰਾਹਮਣਵਾਦ ਆ, ਰੋਜ਼ ਨਹਾਉਣਾ, ਰੋਜ਼ ਇੱਕ ਵਾਰੀ ਨਹਾ ਲਓ, ਮਸਾਮ ਖੋਲ੍ਹਣੇ ਹੁੰਦੇ ਆ ਪਰਨਾ ਮਾਰ ਕੇ, ਔਰ ਐ ਨਹਾ ਕੇ ਪਰਨਾ ਮਾਰ ਕੇ ਅੰਦਰੋਂ ਨਵੇਂ ਸੈੱਲ ਆ ਜਾਂਦੇ ਆ, ਔਰ ਪੁਰਾਣੇ ਸੈੱਲ ਪਰਨੇ ਨਾਲ ਚਲੇ ਜਾਂਦੇ ਆ ਬਣ ਕੇ। ਇੱਕ ਵਾਰੀ ਨਹਾ ਲਿਆ ਕਿ ਹਰ ਕੰਮ ਕਰਨ ਨਹਾਉਣ ਲੱਗੇ, ਉਹ ਹਾਲ ਕੇ ਕਹਿਣ ਲੱਗੀ ਬਸ ਵੇ ਜਿੰਨੀ ਨਾਤੀ ਉਨਾ ਹੀ ਪੁੰਨ, ਬਸ ਵੇ ਨਾਈਆ ਹੋਰ ਨਾ ਮੋਨ। ਹੁਣ ਸਾਡੇ ਭਾਈ ਲੱਗੇ ਆ ਇਸ ਕੰਮ ਦੇ ਉੱਤੇ, ਇਸ ਕਰਕੇ ਮਹਾਰਾਜ ਕਹਿੰਦੇ ਕੋਈ ਨਹੀਂ ਕਿਸੇ ਨੂੰ ਕੁਛ ਮਿਲਣਾ। ਜਿਸ ਸਿਮਰਤ ਸਭੇ ਕਿਲ ਵੇਖ ਨਾਸੈ, ਇਹ ਪਿਤਰੀ ਹੋਏ ਉਧਾਰ। ਕਿਆ ਕਹਿੰਦਾ ਹਰ ਹਰ ਤੋਂ ਸ਼ੁਰੂ ਕਰ, ਸੋ ਹਰ ਹਰ ਤੁਮ ਸਾਧ ਹੀ ਜਾਪੋ, ਇਹ ਜਾਂ ਕਾ ਅੰਤ ਨਾ ਪਾਰੋ। ਤਾਂ ਤੈਨੂੰ ਸੀਸ ਮਿਲੇਗੀ ਇਹ ਰਹਾਉ ਚ ਸਮਾਉਣ ਲੱਗੀਆਂ। ਸੋ ਹਰ ਹਰ ਤੁਮੇ ਸਾਧ ਹੀ ਜਾਪੋ, ਸਦਾ ਹੀ ਜਾਪੋ। ਗੁਰੂ ਬਾਬਾ ਨਾਨਕ ਕਹਿੰਦਾ ਮੈਂ ਤੇ ਲੱਗਾ ਹੀ ਰਹਿਣਾ ਦਿਨ ਰਾਤ। ਇੱਕ ਆਖੇ ਆਖੇ ਸ਼ਬਦ ਪਾਖੈ, ਸਿੱਖੋ ਸ਼ਬਦ ਪਿਆਰੇ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਸਦਾ ਸੁਖੀ, ਸਦਾ ਸੁਖੀ। ਨਾਨਕ ਸਿਮਰਤ ਏਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।